स्वागत प्रोग्राम गल्लां ते गीत। मैं हाँ नवजोत कौर। सब तो पहला अज प्रोग्राम गल्लां ते गीत विच तुहानू सबना नू दूरदर्शन की पूरी टीम वालों 6वीं पातशाही धन धन श्री गुरु हरगोबिंद साहिब जी के प्रकाश पुरब दियां बहुत बहुत वधाइयां। पंज प्याले पंज पीर छठम पीर बैठा गुरभारी, अर्जन काया पलट कै मूरत हर गोबिंद सवारी। ਉਹ ਵੇਲਾ ਸੀ ਜਦੋਂ ਸੱਚੀ ਮੁੱਚੀ ਜ਼ਬਰ ਦਾ ਜ਼ੁਲਮ ਦਾ ਟਾਕਰਾ ਕਰਨ ਦੇ ਲਈ ਦੁਨੀਆ ਦੇ ਵਿੱਚ ਇੱਕ ਬਦਲਾਅ ਆਇਆ, ਇੱਕ ਤਬਦੀਲੀ ਆਈ ਜੋ ਲਾਜ਼ਮੀ ਹੈ ਤੇ ਬਦਲਾਅ ਕੁਦਰਤ ਦਾ ਨਿਯਮ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਅਨੇਕਾਂ ਲੱਖਾਂ ਕਰੋੜਾਂ ਬਦਲਾਅ ਆ ਗਏ। ਸੂਈ ਤੋਂ ਜਹਾਜ਼ ਤੱਕ ਦੀ ਪਹੁੰਚ ਕੀਤੀ, ਗੱਡਿਆਂ ਤੋਂ ਗੱਡੀਆਂ ਬਣੀਆਂ ਤੇ ਗੱਡੀਆਂ ਤੋਂ ਬਾਅਦ ਜਹਾਜ਼ਾਂ ਦੀ ਸੈਰ ਵੀ ਕੀਤੀ। ਕਦਰਾਂ ਕੀਮਤਾਂ ਕਿੱਥੋਂ ਕਿੱਥੇ ਤੱਕ ਪਹੁੰਚੀਆਂ। ਦਿਨ ਦੇ ਬਦਲਾਅ ਨੂੰ ਅਸੀਂ ਬਦਲਾਅ ਨਹੀਂ ਗਿਣਦੇ ਕਿਉਂਕਿ ਇਹ ਤਾਂ ਕੁਦਰਤ ਦਾ ਨਿਯਮ ਹੈ। ਸਵੇਰ ਤੋਂ ਬਾਅਦ ਦੁਪਹਿਰ ਆਉਣੀ ਹੈ, ਦੁਪਹਿਰ ਤੋਂ ਬਾਅਦ ਲੋਢਾ ਵੇਲਾ ਹੋਣਾ ਹੈ ਤੇ ਫਿਰ ਸੂਰਜ ਨੇ ਅਸਤ ਹੋ ਜਾਣਾ ਹੈ ਤੇ ਰਾਤ ਪੈਣੀ ਹੈ। ਇਹਨੂੰ ਅਸੀਂ ਬਹੁਤ ਹੈਰਾਨੀਜਨਕ ਬਦਲਾਅ ਨਹੀਂ ਕਹਿ ਸਕਦੇ, ਪਰ ਕੁਝ ਅਜਿਹੇ ਬਦਲਾਅ ਨੇ ਜਿਹੜੇ ਸਾਨੂੰ ਅਸਚਰਜ ਕਰ ਗਏ ਤੇ ਗਾਂਹ ਆਉਣ ਵਾਲੇ ਸਮੇਂ 'ਚ ਕਰਨਗੇ। ਸੋ ਅੱਜ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਇਹੀ ਗੱਲਾਂ ਹੋਣਗੀਆਂ ਕਿ ਆਲੇ ਦੁਆਲੇ ਇੰਨੀ ਤੇਜ਼ੀ ਦੇ ਨਾਲ, ਇੰਨੀ ਹੈਰਾਨੀ ਦੇ ਨਾਲ ਜਿਹੜੇ ਸਭ ਨੂੰ ਅਸਚਰਜ ਕਰਨ ਵਾਲੇ ਜਿਹੜੇ ਬਦਲਾਅ ਹੈ, ਜਿਹੜੀਆਂ ਤਬਦੀਲੀਆਂ ਨੇ, ਉਹ ਹੋ ਕੀ ਰਹੀਆਂ ਨੇ ਤੇ ਆਉਣ ਵਾਲੇ ਸਮੇਂ 'ਚ ਇਹਨਾਂ ਦਾ ਅਸਰ ਕੀ ਹੋਏਗਾ। ਤੁਹਾਨੂੰ ਜਾਣੂ ਕਰਾਉਂਦੇ ਹਾਂ ਜੀ ਅੱਜ ਦੇ ਮਾਹਿਰ ਮਹਿਮਾਨ ਦੇ ਨਾਲ, ਜਿਹੜੇ ਉਚੇਚੇ ਤੌਰ ਦੇ ਉੱਤੇ ਸਟੂਡੀਓ ਵਿੱਚ ਇਸ ਵੇਲੇ ਤਸ਼ਰੀਫ ਫਰਮਾ ਨੇ। ਡਾਕਟਰ ਗੁਰਚਰਨ ਸਿੰਘ ਨੂਰਪੁਰ ਸਾਹਿਤਕਾਰ ਨੇ ਔਰ ਪਾਠਕਾਂ ਦੇ ਲਈ, ਸਾਹਿਤ ਨੂੰ ਪੜ੍ਹਨ ਵਾਲਿਆਂ ਦੇ ਲਈ ਇੱਕ ਬਹੁਤ ਹੀ ਉੱਘਾ ਨਾਮ ਹੈ ਉਹਨਾਂ ਦਾ। ਉਹਨਾਂ ਦੀਆਂ ਲੇਖਣੀਆਂ ਸਮੇਂ-ਸਮੇਂ ਸਿਰ ਕਾਲਮ ਨਵੀਸ ਵੀ ਨੇ, ਅਖਬਾਰਾਂ ਦੇ ਵਿੱਚ, ਕਾਲਮਾਂ ਦੇ ਵਿੱਚ ਛਪਦੀਆਂ ਰਹਿੰਦੀਆਂ ਨੇ। 15 ਕਿਤਾਬਾਂ ਆਪਣੇ ਪਾਠਕਾਂ ਦੀ ਝੋਲੀ ਪਾ ਚੁੱਕੇ ਨੇ ਹੁਣ ਤੀਕ, ਤੇ ਅਗਾਂਹ ਸ਼ਾਲਾਈ ਚਾਹੁੰਦੇ ਹਾਂ ਕਿ ਉਹਨਾਂ ਦੀ ਕਲਮ ਜਿਹੜੀ ਹੈ ਉਹਨੂੰ ਪਰਮਾਤਮਾ ਹੋਰ ਪੁਖਤਗੀ ਦੇਵੇ। ਬਹੁਤ ਬਹੁਤ ਸਵਾਗਤ ਤੁਹਾਡਾ ਸਰ ਸਟੂਡੀਓ ਵਿੱਚ। ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਮੈਂ ਤਬਦੀਲੀ ਦੀ ਗੱਲ ਕੀਤੀ, ਸ਼ੁਰੂ ਕਰ ਦਿੱਤਾ ਮੈਂ 6ਵੀਂ ਪਾਤਸ਼ਾਹੀ ਤੋਂ। ਹਾਂਜੀ, ਵੀ ਉਸ ਵੇਲੇ ਵੀ ਤਬਦੀਲੀ ਬੜੀ ਜ਼ਰੂਰੀ ਸੀ। ਹਾਂਜੀ, ਵੀ ਸਿਰਫ ਬੰਦਗੀ ਦੇ ਨਾਲ, ਭਜਨ ਦੇ ਨਾਲ, ਪਾਠ ਦੇ ਨਾਲ ਨਹੀਂ। ਹਾਂਜੀ, ਉਸ ਤੋਂ ਬਾਅਦ ਜਿੱਥੇ ਕਿਤੇ ਜਬਰ ਹੋ ਰਿਹਾ ਉਹਦੇ ਖਿਲਾਫ ਤਲਵਾਰ ਵੀ ਚੁੱਕਣੀ ਜ਼ਰੂਰੀ ਹੈ। ਹਾਂਜੀ, ਇਹ ਇੱਕ ਤਬਦੀਲੀ ਸੀ ਮਨੁੱਖਤਾ ਨੂੰ ਸਹੀ ਰਾਹ ਤੇ ਲਿਆਉਣ ਲਈ। ਤੇ ਹੁਣ ਇੰਨੀਆਂ ਤਬਦੀਲੀਆਂ ਨੇ ਕਿ ਸਮਝ ਹੀ ਨਹੀਂ ਆਉਂਦੀ ਪਈ। ਹਾਂਜੀ, ਔਰ ਇਹ ਜਿਹਨੂੰ ਅਸੀਂ ਨਾਮ ਦੇ ਦਿੱਤਾ ਹੈਰਾਨੀਜਨਕ ਤਬਦੀਲੀਆਂ, ਜਿਹੜੀਆਂ ਸਾਨੂੰ ਅਸਚਰਜ ਕਰ ਗਈਆਂ, ਅੱਖਾਂ ਖੁੱਲੀਆਂ ਹੀ ਰਹਿ ਜਾਂਦੀਆਂ ਇੱਦਾਂ ਦੀਆਂ ਤਬਦੀਲੀਆਂ। ਤੇ ਇਹਨਾਂ ਤਬਦੀਲੀਆਂ ਨੂੰ ਕੀ ਕਹੋਗੇ ਤੁਸੀਂ? ਨਵਜੋਤ ਜੀ, ਇਸ ਧਰਤੀ ਤੇ ਜਦੋਂ ਤੋਂ ਇਸ ਬ੍ਰਹਿਮੰਡ ਦੀ ਸਿਰਜਣਾ ਹੋਈ ਤੇ ਇਸ ਬ੍ਰਹਿਮੰਡ ਦਾ, ਇਸ ਧਰਤੀ ਦਾ ਤੇ ਹੋਰ ਦੂਸਰੇ ਸਾਰੇ ਗ੍ਰਹਿਆਂ ਦਾ ਹਰ ਜ਼ਰਾ ਜਿਹੜਾ ਹੈ ਉਹ ਲਗਾਤਾਰ ਤਬਦੀਲੀ ਦੇ ਵਿੱਚ, ਲਗਾਤਾਰ ਆਪਣਾ ਰੰਗ ਰੂਪ ਬਦਲ ਰਿਹਾ, ਵਟਾ ਰਿਹਾ। ਤੇ ਮਨੁੱਖੀ ਸਭਿਅਤਾ ਨੇ ਜਦੋਂ ਦੀ ਸੁਰਤ ਸੰਭਾਲੀ ਤੇ ਮਨੁੱਖ ਧਰਤੀ ਦਾ ਇੱਕੋ ਇੱਕ ਅਜਿਹਾ ਜੀਵ ਹੈ ਜਿਹਨੇ ਕੁਦਰਤ ਦੇ ਸਾਧਨਾਂ ਨੂੰ ਲੈ ਕੇ, ਕੁਦਰਤ ਦੇ ਕੁਝ ਸਾਧਨਾਂ ਤੋਂ ਵੱਖ-ਵੱਖ ਤਰ੍ਹਾਂ ਦੀਆਂ ਵਸਤਾਂ ਬਣਾਉਣੀਆਂ ਸ਼ੁਰੂ ਕੀਤੀਆਂ। ਵੱਖ-ਵੱਖ ਤਰ੍ਹਾਂ ਦੀਆਂ ਵਸਤਾਂ ਬਣਾਉਂਦਿਆਂ ਉਹ ਅੱਗੇ ਇੱਥੋਂ ਤੱਕ ਕਿ ਅੱਜ ਤੱਕ ਦੀ ਤਕਨੀਕ ਤੱਕ ਪਹੁੰਚਿਆ। ਇੱਕ ਵੇਲਾ ਉਹ ਸੀ, ਇੱਕ ਸਮਾਂ ਉਹ ਸੀ ਜਦੋਂ ਸਾਡੇ ਵੱਡੇ ਵਡੇਰੇ ਪਹਾੜਾਂ ਦੀਆਂ ਕੁੰਦਰਾਂ ਵਿੱਚ ਰਹਿੰਦੇ ਸੀ, ਗੁਫਾਵਾਂ ਵਿੱਚ ਰਹਿੰਦੇ ਸੀ, ਰੁੱਖਾਂ ਵਣਾਂ ਤੇ ਰਹਿੰਦੇ ਸੀ। ਪਰ ਹੌਲੀ ਹੌਲੀ ਜਿਵੇਂ ਜਿਵੇਂ ਮਨੁੱਖ ਦੀ ਸਮਝ ਨੇ ਵਿਕਾਸ ਕੀਤਾ, ਮਨੁੱਖ ਲਗਾਤਾਰ ਵਿਕਾਸ ਕਰਦੇ ਰਹਿਣ ਦਾ ਇੱਕ ਤਰ੍ਹਾਂ ਨਾਲ ਉਹਦੀ ਜਿਹੜੀ ਸਮਝ ਹੈ, ਉਹਦੀ ਜਿਹੜੀ ਬੁੱਧੀ ਹੈ, ਉਹਨੇ ਜਿਵੇਂ ਜਿਵੇਂ ਵਿਕਾਸ ਕੀਤਾ ਉਹ ਨਵੇਂ-ਨਵੇਂ ਆਪਣੇ ਲਈ ਸਾਧਨ ਪੈਦਾ ਕਰਦਾ ਰਿਹਾ, ਨਵੀਆਂ-ਨਵੀਆਂ ਆਪਣੇ ਲਈ ਖੋਜਾਂ ਪੈਦਾ ਕਰਦਾ ਰਿਹਾ। ਤੇ ਉਹਨਾਂ ਖੋਜਾਂ ਦੇ ਬਲਬੂਤੇ ਤੇ ਅੱਜ ਤੱਕ ਜਿਹੜੀ ਸਾਡੀ ਸਭਿਅਤਾ ਹੈ ਅੱਜ ਤੱਕ ਪਹੁੰਚੀ ਹੈ, ਇੱਥੋਂ ਤੱਕ ਪਹੁੰਚੀ ਹੈ। ਅੱਜ ਅਸੀਂ ਦੇਖਦੇ ਹਾਂ ਕਿ ਪਿਛਲੇ 50 ਸਾਲਾਂ ਦੇ ਵਿੱਚ ਜਿਹੜੀਆਂ ਬਹੁਤ ਵੱਡੀਆਂ ਤਬਦੀਲੀਆਂ ਹੋਈਆਂ ਹੈ, ਉਹ ਪਿਛਲੇ ਅਸੀਂ ਕਹਿ ਸਕਦੇ ਹਾਂ ਕਿ 1000 ਸਾਲ ਵਿੱਚ ਨਹੀਂ ਹੋਇਆ। ਅਸੀਂ 50 ਸਾਲਾਂ ਵਿੱਚ ਸਾਡੀ ਜਿਹੜੀ ਦੁਨੀਆ ਉਹ ਇਸ ਕਦਰ ਬਦਲੀ ਹੈ ਕਿ ਪਿਛਲੇ 1000 ਸਾਲ ਵਿੱਚ ਉਨੀ ਤਬਦੀਲੀ ਨਹੀਂ ਆਈ ਸੀ ਜਿੰਨੀ 50 ਸਾਲਾਂ 'ਚ ਆਈ ਹੈ। ਉਹਦੇ ਵਿੱਚ ਅਸੀਂ ਦੇਖੀਏ, ਜੇ ਅਸੀਂ ਸਾਡੀ ਜ਼ਿੰਦਗੀ ਵਿੱਚ ਹੀ ਦੇਖੀਏ ਤੇ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਸੀ ਜਿਹੜੀਆਂ ਸਾਡੀ ਜ਼ਿੰਦਗੀ 'ਚ ਆਈਆਂ ਤੇ ਉਹ ਖਤਮ ਹੋ ਗਈਆਂ।
ਜਿਵੇਂ ਅਸੀਂ ਉਦੋਂ ਜਦੋਂ ਇਹਨਾਂ ਚੀਜ਼ਾਂ ਦੀ ਅਸੀਂ ਵਰਤੋਂ ਕਰ ਰਹੇ ਸੀ ਤੇ ਸਾਨੂੰ ਲੱਗਦਾ ਸੀ ਕਿ ਇਹ ਸਦੀਵੀ ਨੇ ਜੀ। ਜਿਵੇਂ ਤੁਸੀਂ ਦੇਖਦੇ ਸੀ ਕਿ ਹਰ ਚੌਂਕ ਗਲੀ ਮੁਹੱਲੇ ਤੇ STD PCO ਜੀ, ਹਾਂ, ਇਸੇ ਤਰ੍ਹਾਂ ਜਿਹੜੀ ਕੰਪਿਊਟਰ ਦੇ ਵਿੱਚ ਚੱਲਣ ਵਾਲੀ ਡਿਸਕ, ਫਲੋਪੀ, DVD, ਰੀਲ, ਕੈਮਰੇ ਦੀ ਰੀਲ, ਇਸ ਤਰ੍ਹਾਂ VCR, ਇਹ ਸਾਰਾ ਕੁਝ ਜਿਹੜਾ ਕੈਸਟ ਪਲੇਅਰ, ਇਹ ਸਭ ਚੀਜ਼ਾਂ ਸਾਡੀ ਜ਼ਿੰਦਗੀ 'ਚ ਆਈਆਂ ਤੇ ਅਲੋਪ ਹੋ ਗਈਆਂ ਤੇ ਹੁਣ ਕਦੇ ਨਹੀਂ ਆਉਣਗੀਆਂ। ਸੋ ਇਸ ਕਰਕੇ ਜਿਹੜੀਆਂ ਚੀਜ਼ਾਂ ਨੂੰ ਅਸੀਂ ਅੱਜ ਵਰਤ ਰਹੇ ਹਾਂ, ਇਹਨਾਂ ਨੂੰ ਇਹ ਵੀ ਆਉਣ ਵਾਲੇ ਸਮੇਂ ਵਿੱਚ ਇਹ ਸਾਰਾ ਕੁਝ ਜਿਹੜਾ ਇਹ ਟਿਕਾਊ ਨਹੀਂ, ਸਦੀਵੀ ਨਹੀਂ। ਆਉਣ ਵਾਲੇ ਸਮੇਂ 'ਚ ਬਹੁਤ ਹੈਰਾਨੀਜਨਕ ਤਬਦੀਲੀਆਂ ਜਿਹੜੀਆਂ ਹੈ ਉਹ ਵਿਗਿਆਨ ਦੀ ਤਰੱਕੀ ਦੇ ਨਾਲ ਹੋਣ ਜਾ ਰਹੀਆਂ। ਸੋ ਮਨੁੱਖ ਜਿਹੜਾ ਹੈ ਉਹ ਬਹੁਤ ਵੱਡੀਆਂ ਤਬਦੀਲੀਆਂ ਜਿਹੜੀਆਂ ਇਸ ਧਰਤੀ ਤੇ ਜਿਹੜੀਆਂ ਉਹ ਸਮਝ ਲਓ ਕਿ ਸਾਡੇ ਸਾਇੰਸਦਾਨ ਜਿਹੜੇ ਨੇ, ਜਾਂ ਇਹ ਸਮਝ ਲਓ ਕਿ ਇਸ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਵਾਸਤੇ ਮਨੁੱਖ ਲਗਾਤਾਰ ਕੋਸ਼ਿਸ਼ ਵਿੱਚ ਰਿਹਾ ਹੈ ਤੇ ਅੱਜ ਵੀ ਹੈ। ਜੀ ਨੂਰਪੁਰ ਜੀ, ਤਬਦੀਲੀ ਜਿਹੜੀ ਹੈ ਨਾ ਉਹ ਤੁਸੀਂ ਕਿਹਾ ਕਿ ਸੁਖਾਲਾਪਨ ਦੇਣ ਲਈ ਹੋਈ। ਹਾਂਜੀ, ਕਿਹੜੇ ਪੱਖ ਇਸ ਅਸ਼ਚਰਜ ਤਬਦੀਲੀਆਂ ਨੇ, ਹੈਰਾਨੀਜਨਕ ਤਬਦੀਲੀਆਂ ਨੇ ਆਪਣੀ ਲਪੇਟ ਵਿੱਚ ਲਈ? ਉਹ ਸਾਰੇ ਦੇ ਸਾਰੇ ਪੱਖ ਜਿੱਥੇ ਤਬਦੀਲੀਆਂ ਆਈਆਂ ਤੇ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਆਈਆਂ। ਹਾਂਜੀ ਨਵਜੋਤ ਜੀ, ਅਸੀਂ ਦੇਖਦੇ ਹਾਂ ਕਿ ਜਿਵੇਂ ਜਿਹੜੀਆਂ ਹੁਣ ਤੱਕ ਮਨੁੱਖ ਨੇ ਖੋਜਾਂ ਕੀਤੀਆਂ, ਉਹਦੇ ਵਿੱਚ ਸਭ ਤੋਂ ਵੱਡੀ ਖੋਜ ਜਿਹੜੀ ਸੀ ਮਨੁੱਖ ਦੀ ਹੁਣ ਤੱਕ ਦੀ, ਜੋ ਮੈਂ ਸਮਝਦਾ, ਉਹ ਬਿਜਲੀ ਦੀ ਖੋਜ ਸੀ। ਬਿਜਲੀ ਦੀ ਖੋਜ ਨਾਲ ਬਹੁਤ ਸਾਰੇ ਉਪਕਰਨ, ਬਹੁਤ ਸਾਰੇ ਜੰਤਰ, ਇੱਥੋਂ ਤੱਕ ਕਿ ਡਾਕਟਰੀ ਵਿਗਿਆਨ ਵੀ, ਉਹ ਸਾਰਾ ਕੁਝ ਜਿਹੜਾ ਉਹ ਬਿਜਲੀ ਦੇ ਕਰਕੇ ਹੀ ਬਹੁਤ ਸਾਰੀਆਂ ਐਸੀਆਂ ਸਹੂਲਤਾਂ ਸਾਡੇ ਲਈ ਪੈਦਾ ਹੋਈਆਂ ਜਾਂ ਸਾਡੇ ਲਈ ਉਪਲਬਧ ਹੋਈਆਂ ਜਿਨ੍ਹਾਂ ਦੀ ਅੱਜ ਅਸੀਂ ਵਰਤੋਂ ਕਰ ਰਹੇ ਹਾਂ। ਤੇ ਇਸ ਕਰਕੇ ਅਸੀਂ ਸਮਝ ਸਕਦੇ ਹਾਂ ਕਿ ਬਿਜਲੀ ਬਹੁਤ ਵੱਡੀ ਇੱਕ ਤਰ੍ਹਾਂ ਦੀ ਖੋਜ ਸੀ। ਉਸ ਤੋਂ ਬਾਅਦ ਕੰਪਿਊਟਰ, ਇਸੇ ਬਿਜਲੀ ਨਾਲ ਹੀ ਅਸੀਂ ਅੱਜ ਦਰਸ਼ਕਾਂ ਤੱਕ ਪਹੁੰਚ ਰਹੇ ਹਾਂ। ਹਾਂਜੀ, ਉਸ ਤੋਂ ਬਾਅਦ ਕੰਪਿਊਟਰ ਤੇ ਮੋਬਾਈਲ ਫੋਨ ਜਿਹੜਾ ਹੈ ਉਹ ਵੀ ਅਸੀਂ ਸਮਝ ਸਕਦੇ ਹਾਂ ਕਿ ਬਹੁਤ ਵੱਡੀ ਇੱਕ ਤਰ੍ਹਾਂ ਨਾਲ ਇਨਕਲਾਬੀ ਤਬਦੀਲੀ ਹੈ। ਉਹਦੇ ਪੱਖ ਚੰਗੇ ਚਾਹੇ ਮਾੜੇ ਹੋ ਸਕਦੇ ਆ, ਪਰ ਇਹ ਤਬਦੀਲੀਆਂ ਜਿਹੜੀਆਂ ਬਹੁਤ ਵੱਡੀਆਂ ਤਬਦੀਲੀਆਂ ਹੈ। ਤੁਸੀਂ ਦੇਖਿਆ ਹੋਵੇਗਾ ਕਿ ਅਸੀਂ ਅੱਜ ਤੋਂ ਕੋਈ 40 ਸਾਲ ਪਹਿਲਾਂ ਡਾਕਟਰੀ ਵਿਗਿਆਨ ਨੇ ਇੰਨੀ ਤਰੱਕੀ ਨਹੀਂ ਕੀਤੀ ਸੀ ਕਿ ਜਿਹੜਾ ਕੋਈ ਬੱਚੇ ਨੂੰ ਪੋਲੀਓ ਹੋ ਜਾਂਦਾ ਸੀ ਜਾਂ ਕੋਈ ਹੋਰ ਇਸ ਤਰ੍ਹਾਂ ਦੀਆਂ ਬਿਮਾਰੀਆਂ ਸੀ, ਉਹਨਾਂ ਦੇ ਹੱਲ, ਜਾਂ TB ਹੋ ਜਾਂਦੀ ਸੀ, ਉਹਨਾਂ ਦੇ ਹੱਲ ਸਾਡੇ ਕੋਲ ਨਹੀਂ ਹੈਗੇ ਸੀ। ਪਰ ਡਾਕਟਰੀ ਵਿਗਿਆਨ ਨੇ ਇੱਥੋਂ ਤੱਕ ਤਰੱਕੀ ਕੀਤੀ ਕਿ ਹੁਣ ਮਤਲਬ ਅਸੀਂ ਇਹਨਾਂ ਸਭ ਬਿਮਾਰੀਆਂ ਦੇ, ਦੁਸ਼ਵਾਰੀਆਂ ਦੇ ਇਲਾਜ ਜਿਹੜੇ ਉਹ ਸੰਭਵ ਹੋ ਗਿਆ। ਇਸ ਤਰ੍ਹਾਂ ਸੀ ਕਿ ਜੇਕਰ ਕਿਸੇ ਮਾਂ ਨੂੰ 7ਵੇਂ ਜਾਂ 6ਵੇਂ ਜਾਂ 8ਵੇਂ ਮਹੀਨੇ 'ਚ ਬੱਚਾ ਪੈਦਾ ਹੋ ਜਾਂਦਾ ਸੀ ਤੇ ਕੁਦਰਤੀ ਗੱਲ ਹੈ ਕਿ ਉਹਦੇ ਵਿੱਚੋਂ ਬਹੁਤ ਥੋੜੇ ਬੱਚੇ ਜਿਹੜੇ, ਕੋਈ 98% ਬੱਚੇ ਜਿਹੜੇ ਸੀ ਉਹਨਾਂ ਦੀ ਡੈਥ ਹੋ ਜਾਂਦੀ ਸੀ। ਪਰ ਵਿਗਿਆਨ ਨੇ ਇਸ ਤਰ੍ਹਾਂ ਦੀ ਵਿਵਸਥਾ, ਜਿਹੜੀ ਇਨਕੂਬੇਟਰ ਮਸ਼ੀਨ ਹੁੰਦੀ ਹੈ, ਉਹਦੇ ਵਿੱਚ ਰੱਖ ਕੇ ਬੱਚੇ ਦਾ ਜਿਹੜਾ ਅਗਲਾ ਟਾਈਮ ਪੂਰਾ ਕਰ ਲਿਆ ਜਾਂਦਾ ਹੈ। ਸੋ ਇਸ ਤਰ੍ਹਾਂ ਬਹੁਤ ਸਾਰੀਆਂ ਅਸੀਂ ਦੇਖਦੇ ਹਾਂ ਕਿ ਉਹ ਅਣਗਿਣਤ ਤਬਦੀਲੀਆਂ ਜਿਹੜੀਆਂ ਵਿਗਿਆਨ ਨੇ ਸਾਡੇ ਲਈ ਸਹੂਲਤਾਂ ਪੈਦਾ ਕੀਤੀਆਂ। ਜੀ, ਅੱਜ ਦਾ ਯੁੱਗ ਜਿਹੜਾ ਹੈ ਉਹ ਤਰੱਕੀ ਦਾ ਯੁੱਗ ਕਿਹਾ ਜਾਂਦਾ ਹੈ। ਹਾਂਜੀ, ਅਸੀਂ ਖੋਰੇ ਦਿਨ ਦੇ ਵਿੱਚ ਕਿੰਨੀਆਂ ਹੀ ਚੀਜ਼ਾਂ ਅਜਿਹੀਆਂ ਇਸਤੇਮਾਲ ਕਰਦੇ ਹਾਂ ਜਿਹੜੀਆਂ ਵੱਡੇ ਵੱਡੇ ਸਾਇੰਸਦਾਨਾਂ ਦੀ ਉਪਜ ਦਾ, ਕਾਢ ਦਾ ਨਤੀਜਾ ਹੈ। ਖੋਰੇ ਉਹਨਾਂ ਨੇ ਕਿੰਨੀਆਂ ਕੁ ਰਾਤਾਂ ਇਸ ਕਾਢ ਨੂੰ ਕੱਢਣ ਵਾਸਤੇ ਗਾਲੀਆਂ ਹੋਣੀਆਂ, ਜਾਂ ਕਿੰਨੇ ਫਾਕੇ ਕੱਟੇ ਹੋਣੇ ਆ, ਕਿੰਨੇ ਦਿਨ ਭੁੱਖੇ ਰਹਿ ਕੇ ਕੱਟਿਆ, ਤਾਂ ਕਿ ਜੇ ਮੈਂ ਕੁਝ ਕਰਨ ਲੱਗਾ ਤੇ ਮਨੁੱਖਤਾ ਨੂੰ ਦੇਵਾਂ। ਬਿਲਕੁਲ। ਪਰ ਉਹਦਾ ਨਤੀਜਾ ਜਿਹੜਾ ਨਾ ਉਹ ਇਸ ਵੇਲੇ ਮਾਹੌਲ ਦੇ ਵਿੱਚ, ਆਲੇ ਦੁਆਲੇ ਵੇਖਦੇ ਹਾਂ, ਸਮਾਜ ਵਿੱਚ ਵੇਖਦੇ ਹਾਂ ਕਿ ਉਹਦਾ ਨਤੀਜਾ ਨਾ ਕੋਈ ਵੀ ਕਾਢ ਜਿਹੜੀ ਹੈ ਉਹ ਸਾਨੂੰ ਜਿੱਥੇ ਸੌਖੀਆਂ ਕਰਦੀ ਹੈ ਨਾ, ਨਾਲ ਔਖਾ ਬਹੁਤ ਕਰਦੀ ਹੈ। ਤੰਗ ਬਹੁਤ ਕਰਦੀ ਹੈ। ਕੋਈ ਵੀ ਕਾਢ ਜਿਹੜੀ ਹੈ, ਪਹਿਲਾਂ ਕਿਹਾ ਜਾਂਦਾ ਸੀ ਕਿ ਜ਼ਰੂਰਤ ਜਿਹੜੀ ਹੈ ਉਹ ਕਾਢ ਦੀ ਮਾਂ ਹੈ। ਬਿਲਕੁਲ। ਅਸੀਂ ਕਿਸੇ ਨਾ ਕਿਸੇ ਵੀ ਚੀਜ਼ ਦੀ ਕੋਈ ਕਾਢ ਕੱਢੀ, ਇੱਕ ਚੀਜ਼ ਕੱਢੀ, ਉਹਦੇ ਨਾਲ 2 ਸਮੱਸਿਆਵਾਂ ਆ ਗਈਆਂ। ਬਿਲਕੁਲ। ਉਹ 2 ਹੱਲ ਕੀਤੀਆਂ ਤੇ 2 ਦੀਆਂ 22 ਬਣ ਗਈਆਂ। ਬਿਲਕੁਲ। 22 ਤੋਂ 22,000 ਤੱਕ ਪਹੁੰਚ ਗਈਆਂ। ਹਾਂਜੀ। ਸੋ ਇਹ ਹੈਰਾਨੀਜਨਕ ਤਬਦੀਲੀਆਂ ਦੇ ਵਿੱਚ ਕਿਸ ਪੱਖ ਨੂੰ ਛੋ ਗਈਆਂ? ਨਵਜੋਤ ਜੀ, ਇੱਥੇ ਅਸੀਂ ਇਹ ਕਵਾਂਗੇ ਕਿ ਵਿਗਿਆਨ ਨੇ ਸਾਡੇ ਜੀਵਨ ਨੂੰ ਸੁਖਾਲਾ ਕੀਤਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਜਿਹੜੀਆਂ ਸਹੂਲਤਾਂ ਅੱਜ ਇੱਕ ਆਮ ਮਨੁੱਖ ਨੂੰ ਉਪਲਬਧ ਨੇ, ਜਿਵੇਂ ਉਹ AC ਕਾਰ ਵਰਤਦਾ ਹੈ, AC ਵਿੱਚ ਬੈਠਦਾ ਹੈ, ਉਹ ਅੱਜ ਤੋਂ 100 ਸਾਲ ਪਹਿਲਾਂ ਰਾਜਿਆਂ ਮਹਾਰਾਜਿਆਂ ਕੋਲ ਨਹੀਂ ਹੈਗੀਆਂ ਸੀ। ਇਹ ਮੰਨਣਾ ਪਏਗਾ। ਪਰ ਬਹੁਤ ਸਾਰੀਆਂ ਇਹਦੇ ਨਾਲ ਮੁਸ਼ਕਲਾਂ ਵੀ, ਜਿਵੇਂ ਤੁਸੀਂ ਦੱਸਿਆ, ਬਹੁਤ ਸਾਰੀਆਂ ਮੁਸ਼ਕਲਾਂ ਵੀ ਪੈਦਾ ਹੋਈਆਂ। ਪਰ ਉਹ ਮੁਸ਼ਕਲਾਂ ਤੋਂ ਸਾਨੂੰ ਕਿਹੜੀ ਚੀਜ਼ ਹੈ, ਕਿਹੜੀ ਤਰਜੀਹ ਹੈ ਜਿਹੜੀ ਸਾਨੂੰ ਉਹਨਾਂ ਮੁਸ਼ਕਲਾਂ ਤੋਂ ਇੱਕ ਤਰ੍ਹਾਂ ਨਾਲ ਸਾਨੂੰ ਅਵੇਅਰ ਕਰ ਰਹੀ ਹੈ, ਉਹ ਵਿਗਿਆਨ ਹੀ ਹੈ।
ਇਹ ਸਾਨੂੰ ਮੰਨਣਾ ਪੈਗਾ, ਸਾਨੂੰ ਸਮਝਣਾ ਪੈਗਾ। ਤੇ ਵਿਗਿਆਨ ਹੀ ਹੈ ਜਿਹੜਾ ਸਾਨੂੰ ਦੱਸ ਸਕਦਾ ਹੈ ਕਿ ਅਸੀਂ ਇਸ ਪਾਸੇ ਤੁਰੀਏ, ਇਸ ਪਾਸੇ ਨਾ ਤੁਰੀਏ। ਤੇ ਵਿਗਿਆਨ ਤੇ ਵਿਗਿਆਨਕ ਸੋਚ ਨਾਲ ਹੀ ਅਸੀਂ ਬਹੁਤ ਸਾਰੀਆਂ ਮੁਸ਼ਕਲਾਂ ਸਮੱਸਿਆਵਾਂ ਤੋਂ ਬਚ ਸਕਦੇ ਹਾਂ। ਹੁਣ ਅਗਲੀ ਜਿਹੜੀ ਗੱਲ ਹੈ, ਜਿਹੜਾ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦਾ ਜਿਹੜਾ ਸਾਡਾ ਸੰਸਾਰ ਹੈ ਉਹ ਕਿਸ ਕਦਰ ਬਦਲਣ ਜਾ ਰਿਹਾ ਹੈ, ਕਿਹੜੀਆਂ ਤਬਦੀਲੀਆਂ ਨੇ ਜਿਹੜੀਆਂ ਹਰ ਪੱਖ ਨੂੰ ਪ੍ਰਭਾਵਿਤ ਕਰਨਗੀਆਂ ਆਉਣ ਵਾਲੇ ਸਮੇਂ ਵਿੱਚ। ਜਿਵੇਂ ਅਸੀਂ ਸੌਰ ਊਰਜਾ ਹੈ ਜੀ, ਸਾਡੇ ਕੋਲ ਅੱਗੇ ਬਿਜਲੀ ਜਿਹੜੀ ਸੀ, ਬਿਜਲੀ ਜਾਂ ਤਾਂ ਅਸੀਂ ਪਾਣੀ ਤੋਂ ਬਣਾਉਂਦੇ ਸੀ ਜਾਂ ਪੌਣ ਚੱਕੀਆਂ ਤੋਂ, ਤੇ ਜਾਂ ਪਰਮਾਣੂ ਬਿਜਲੀ ਸੀਗੀ। ਪਰ ਆਉਣ ਵਾਲੇ ਸਮੇਂ 'ਚ ਸੌਰ ਊਰਜਾ ਜਿਹੜੀ ਹੈ ਉਹ ਇੰਨੀ ਵੱਡੀ ਪੱਧਰ ਤੇ ਡਿਵੈਲਪ ਹੋ ਰਹੀ ਹੈ। ਬਹੁਤ ਸਾਰੀਆਂ ਕੰਪਨੀਆਂ, ਬਹੁਤ ਸਾਰੇ ਵਿਗਿਆਨੀ ਇਸ ਤੇ ਕੰਮ ਕਰ ਰਹੇ ਆ ਕਿ ਸੌਰ ਊਰਜਾ ਦਾ ਜਿਹੜਾ ਉਹ ਪਸਾਰ ਹੈ ਉਹ ਇਸ ਕਦਰ ਹੋ ਜਾਏਗਾ ਕਿ ਹਰ ਘਰ ਆਪਣੇ ਲਈ ਆਪਣੇ ਘਰ ਤੋਂ ਹੀ ਬਿਜਲੀ ਪੈਦਾ ਕਰ ਲਵੇਗਾ। ਤੇ ਸਾਡੇ ਆਲੇ ਦੁਆਲੇ ਜਿਹੜਾ ਬਿਜਲੀ ਦਾ ਜਿਹੜਾ ਸਟਰਕਚਰ ਉਸਰਿਆ ਹੋਇਆ ਹੈ, ਜਿਹੜੇ ਟਰਾਂਸਫਾਰਮ ਖੰਭੇ ਤੇ ਅਸੀਂ ਵੱਡੀਆਂ ਲਾਈਨਾਂ ਦੇਖਦੇ ਹਾਂ, ਸ਼ਾਇਦ ਆਉਣ ਵਾਲੇ ਸਮੇਂ 'ਚ ਉਹਨਾਂ ਦੀ ਲੋੜ ਘਟ ਜਾਵੇ ਜਾਂ ਸੀਮਿਤ ਹੋ ਜਾਵੇ। ਸੋ ਇਸ ਕਰਕੇ ਜਿਹੜੀ ਸੌਰ ਊਰਜਾ ਤੇ ਇਸ ਛੱਤ ਦੇ ਉੱਪਰ ਲਾਉਣ ਵਾਲੀਆਂ ਟਾਈਲਾਂ ਇਸ ਤਰ੍ਹਾਂ ਦੀਆਂ ਬਣਾਈਆਂ ਜਾ ਰਹੀਆਂ ਹੈ ਕਿ ਜਿਹੜੀਆਂ ਟਾਈਲਾਂ ਵੀ ਦਿਸਣ ਤੇ ਉਹ ਨਾਲ ਦੀ ਨਾਲ ਜਿਹੜੀ ਉਹ ਬਿਜਲੀ ਵੀ ਪੈਦਾ ਕਰਨ। ਇਸ ਤਰ੍ਹਾਂ ਦੀਆਂ ਤਰਜੀਹਾਂ ਤੇ ਕੰਮ ਹੋ ਰਿਹਾ। ਇਹਦੇ ਨਾਲ ਨਾਲ ਅਸੀਂ ਇੰਟਰਨੈਟ ਦੇਖਦੇ ਹਾਂ ਕਿ ਇੰਟਰਨੈਟ ਦੀ ਸਹੂਲਤ ਤੁਸੀਂ ਦੇਖਦੇ ਹੋ ਕਿ ਅਸੀਂ ਕਈ ਵਾਰੀ ਇੱਥੇ ਇੰਟਰਨੈਟ ਨੂੰ ਚਲਾਉਣੇ ਆ, ਮੋਬਾਈਲ ਨੂੰ ਚਲਾਉਣੇ ਆ, ਤੇ ਉਹਦੀ ਜਿਹੜੀ ਰੇਂਜ ਹੈ ਉਹ ਪੂਰੀ ਆ ਰਹੀ ਹੁੰਦੀ ਹੈ। ਅਸੀਂ ਕਿਸੇ ਪਹਾੜ ਤੇ, ਰੇਗਿਸਤਾਨ ਤੇ ਜਾਂ ਕਿਸੇ ਸਮੁੰਦਰੀ ਇਲਾਕਿਆਂ 'ਚ ਜਾਈਏ ਤੇ ਉੱਥੇ ਉਹਦੀ ਰੇਂਜ ਨਹੀਂ ਹੁੰਦੀ। ਹੁਣ ਵਿਗਿਆਨੀ ਬਹੁਤ ਜਲਦੀ ਧਰਤੀ ਦੇ ਨੇੜੇ ਨੇੜੇ ਬਹੁਤ ਸਾਰੇ ਇੱਕ ਤਰ੍ਹਾਂ ਨਾਲ ਉਪਗ੍ਰਹਿਾਂ ਦਾ ਜਾਲ ਜਿਹੜਾ ਹੈ ਉਹ ਬੁਣਨ ਜਾ ਰਿਹਾ, ਤਾਂ ਕਿ ਇੰਟਰਨੈਟ ਦੀ ਜਿਹੜੀ ਸਪੀਡ ਹੈ ਉਹ ਇੱਕ ਤਾਂ ਵਾਇਰਲੈਸ ਇੰਟਰਨੈਟ ਹੋਊਗਾ ਤੇ ਨਾਲ ਦੀ ਨਾਲ ਉਹਦੀ ਸਪੀਡ ਇੰਨੀ ਤੇਜ਼ ਹੋਏਗੀ ਕਿ ਧਰਤੀ ਦੇ ਕਿਸੇ ਵੀ ਕੋਨੇ ਵਿੱਚ ਉਹ ਬਿਲਕੁਲ ਬਹੁਤ ਹਾਈ ਸਪੀਡ ਦਾ ਜਿਹੜਾ ਇੰਟਰਨੈਟ ਜਿਹੜਾ ਉਹ ਮੁਹੱਈਆ ਹੋਏਗਾ, ਬਿਨਾਂ ਰੁਕਾਵਟ ਚੱਲੇਗਾ ਤੇ ਸਭ ਜਗ੍ਹਾ ਤੇ ਚੱਲੇਗਾ। ਧਰਤੀ ਦੇ ਆਲੇ ਦੁਆਲੇ, ਪੂਰੀ ਧਰਤੀ ਦੇ ਦੁਆਲੇ ਉਹਦਾ ਜਿਹੜਾ ਜਾਲ ਬੁਣਿਆ ਜਾਏਗਾ। ਇਸ ਤਰ੍ਹਾਂ ਦੇ ਉਪਗ੍ਰਹਿ ਜਿਹੜੇ ਉਹ ਬੜੀ ਤੇਜ਼ੀ ਨਾਲ ਮਤਲਬ ਕਿ ਛੱਡੇ ਜਾ ਰਹੇ ਆ। ਇਸ ਤੋਂ ਇਲਾਵਾ ਹੋਰ ਜਿਵੇਂ ਸੌਰ ਊਰਜਾ ਦੇ ਨਾਲ ਹੀ ਜੁੜਦੀ ਗੱਲ ਹੈ ਕਿ ਇਸ ਤਰ੍ਹਾਂ ਦੀਆਂ ਕਾਰਾਂ ਜਿਹੜੀਆਂ, ਬਲਕਿ ਡਰਾਈਵਰਲੈਸ ਕਾਰਾਂ ਜਿਹੜੀਆਂ ਉਹ ਬਹੁਤ ਸਾਰੇ ਦੇਸ਼ਾਂ ਦੇ ਵਿੱਚ, ਜਿਵੇਂ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਉਹ ਆ ਰਹੀਆਂ ਨੇ, ਮਤਲਬ ਕਿ ਉਹ ਲੋਕਾਂ ਦੇ ਹੱਥਾਂ 'ਚ ਵੀ ਆਉਣੀਆਂ ਸ਼ੁਰੂ ਹੋ ਗਈਆਂ, ਜਿਹਦੇ ਵਿੱਚ ਡੀਜ਼ਲ ਦੀ, ਪੈਟਰੋਲ ਦੀ ਲੋੜ ਨਹੀਂ ਰਹੇਗੀ। ਤੇ ਜਿਹੜੀ ਅੱਗੇ ਅਸੀਂ ਸਮਝਦੇ ਸੀ ਕਿ ਕੋਈ ਸਕੂਟਰੀ ਲੈ ਲੈਂਦਾ ਸੀ, ਮੋਟਰਸਾਈਕਲ ਲੈ ਲੈਂਦਾ ਸੀ, ਜਾਂ ਕੋਈ ਕਾਰ ਲੈ ਲੈਂਦਾ ਸੀ, ਜਾਂ ਆਟੋ ਰਿਕਸ਼ਾ ਲੈ ਲੈਂਦਾ ਸੀ, ਤੇ ਅਸੀਂ ਸਮਝਦੇ ਸੀ ਕਿ ਜਿਹੜਾ ਬਿਜਲੀ ਤੇ ਚੱਲਣ ਵਾਲਾ ਇਹ ਥੋੜੇ ਦਿਨ ਹੀ ਚੱਲਦਾ, ਉਸ ਤੋਂ ਬਾਅਦ ਨਹੀਂ ਚੱਲਦਾ। ਪਰ ਹੁਣ ਜਿਹੜੀ ਸੌਰ ਊਰਜਾ ਨੂੰ ਇੰਨਾ ਜ਼ਿਆਦਾ ਡਿਵੈਲਪ ਕਰ ਲਿਆ ਗਿਆ ਤੇ ਉਹਦੇ ਨਾਲ ਜਿਹੜੀਆਂ ਇਸ ਤਰ੍ਹਾਂ ਦੀਆਂ ਬੈਟਰੀਆਂ, ਇਸ ਤਰ੍ਹਾਂ ਦੇ ਚਾਰਜਰ ਜਿਹੜੇ ਉਹ ਬਣ ਜਾਣਗੇ ਕਿ ਉਹ ਪੈਟਰੋਲ ਡੀਜ਼ਲ ਨੂੰ ਮਾਤ ਪਾ ਜਾਣਗੇ। ਤੇ ਉਹ ਇੱਕ ਤਰ੍ਹਾਂ ਨਾਲ ਪੈਟਰੋਲ ਡੀਜ਼ਲ ਦਾ ਜਿਹੜਾ ਸਾਰਾ ਕਾਰੋਬਾਰ ਹੈ ਉਹਦੀ ਸ਼ਾਇਦ ਮਨੁੱਖਤਾ ਨੂੰ ਲੋੜ ਨਹੀਂ ਰਹੇਗੀ। ਉਹ ਜਿਹੜੀ ਸੌਰ ਊਰਜਾ ਜਿਹੜੀ ਹੈ ਉਹ ਵੱਡਾ ਇਨਕਲਾਬ ਕਰਨ ਵਾਲੀ ਹੈ ਆਉਣ ਵਾਲੇ ਦਿਨਾਂ ਵਿੱਚ। ਇੱਕ ਹੋਰ ਗੱਲ ਜਿਹੜੀ ਬਹੁਤ ਅਜੀਬ ਗੱਲ ਤੁਹਾਨੂੰ ਦੱਸਦੇ ਹਾਂ ਕਿ ਅੱਜ ਅਸੀਂ ਦੇਖਦੇ ਹਾਂ ਕਿ ਬਹੁਤ ਸਾਰਾ ਸਾਡਾ ਜ਼ੋਰ ਇਸ ਗੱਲ ਤੇ ਲੱਗਾ ਹੋਇਆ ਹੈ ਕਿ ਅਸੀਂ ਇੰਗਲਿਸ਼ ਮੀਡੀਅਮ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਹਾਂ। ਉਹਦੇ ਵਿੱਚ ਕੀ ਹੁੰਦਾ ਹੈ ਕਿ ਬਹੁਤ ਸਾਰੀ ਜਿਹੜਾ ਸਾਡਾ ਗਿਆਨ ਜਿਹੜਾ ਸਾਡੀ ਮਾਤ ਭਾਸ਼ਾ 'ਚ ਹੁੰਦਾ ਹੈ, ਉਹ ਮਾਤ ਭਾਸ਼ਾ ਵਾਲਾ ਗਿਆਨ ਜਿਹੜਾ ਉਹ ਸਾਡੇ ਜੇਹਨ ਦਾ, ਸਾਡੇ ਬੱਚਿਆਂ ਦੇ ਜੇਹਨ ਦਾ ਹਿੱਸਾ ਹੀ ਨਹੀਂ ਬਣਦਾ। ਬਲਕਿ ਮਨੋਵਿਗਿਆਨੀ ਇਹ ਗੱਲ ਕਹਿੰਦੇ ਆ ਕਿ ਮਾਤ ਭਾਸ਼ਾ ਵਿੱਚ ਹੀ ਬਹੁਤ ਸਾਰੇ ਜਿਹੜੇ ਗੁਣ ਨੇ ਉਹ ਗ੍ਰਹਿਣ ਕੀਤੇ ਜਾ ਸਕਦੇ ਆ, ਦੂਸਰੀ ਕਿਸੇ ਭਾਸ਼ਾ 'ਚ ਨਹੀਂ ਕੀਤੇ ਜਾ ਸਕਦੇ। ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਟਰਾਂਸਲੇਟਰ ਜਿਹੜੇ ਵਿਗਿਆਨ ਉਹ ਉਪਲਬਧ ਕਰਨ ਜਾ ਰਹੀ ਹੈ ਕਿ ਮੈਂ ਜਿਵੇਂ ਪੰਜਾਬੀ ਵਿੱਚ ਗੱਲ ਕਰਾਂਗਾ ਤੇ ਤੁਸੀਂ ਚੀਨੀ ਭਾਸ਼ਾ ਸਮਝਦੇ ਬੋਲਦੇ ਹੋ, ਤੇ ਮੇਰੀ ਜਿਹੜੀ ਗੱਲਬਾਤ ਹੈ ਉਹ ਤੁਹਾਡੇ ਤੱਕ ਚੀਨੀ ਵਿੱਚ ਜਾਏਗੀ। ਤੁਸੀਂ ਜੇ ਕੋਈ ਹੋਰ ਫਰਾਂਸ ਦੀ ਭਾਸ਼ਾ ਬੋਲਦੇ ਹੋ, ਤੁਸੀਂ ਕਹਿੰਦੇ ਹੋ ਕਿ ਉਹ ਪੰਜਾਬੀ ਵਿੱਚ ਗੱਲ ਕਰੇ, ਤੇ ਤੁਸੀਂ ਉਹਦੇ ਤੋਂ ਬਟਨ ਨੱਪ ਕੇ ਉਹਨੂੰ ਪੰਜਾਬੀ 'ਚ ਕਰ ਲਓਗੇ, ਤੇ ਤੁਸੀਂ ਆਪਣੀ ਫਰਾਂਸ ਦੀ ਭਾਸ਼ਾ ਵਿੱਚ ਬੋਲੋਗੇ ਤੇ ਮੇਰੇ ਤੱਕ ਉਹ ਪੰਜਾਬੀ ਤੱਕ ਸ਼ਬਦ ਆਉਣਗੇ। ਇਸ ਕਰਕੇ ਆਉਣ ਵਾਲੇ ਸਮੇਂ ਵਿੱਚ ਸਕੂਲਾਂ, ਕਾਲਜਾਂ ਦੇ ਵਿੱਚ ਜਿਹੜੀ ਅਸੀਂ ਕੁਝ ਭਾਸ਼ਾਵਾਂ ਤੇ ਬਹੁਤ ਜ਼ੋਰ ਲਾਉਣੇ ਆ ਤੇ ਕੁਝ ਭਾਸ਼ਾਵਾਂ ਨੂੰ ਅਸੀਂ ਇੱਕ ਤਰ੍ਹਾਂ ਨਾਲ ਪਾਸੇ ਕਰਕੇ ਰੱਖ ਦਿੱਤਾ ਹੈ, ਜਿਨ੍ਹਾਂ ਦੇ ਵਿੱਚ ਬਹੁਤ ਸਾਰਾ ਗਿਆਨ ਵੀ ਹੈ। ਜਿਵੇਂ ਅਸੀਂ ਪੰਜਾਬੀ ਦੀ ਵੀ ਗੱਲ ਕਰ ਲਈਏ, ਸੋ ਮੈਂ ਸਮਝਦਾ ਕਿ ਵਿਗਿਆਨ ਦੇ ਇਸ ਚਮਤਕਾਰ ਨਾਲ ਸਾਡੀਆਂ ਜਿਹੜੀਆਂ ਭਾਸ਼ਾਵਾਂ ਹੈ ਉਹ ਬਚ ਸਕਦੀਆਂ ਹੈ। ਸਾਡੀਆਂ ਜਿਹੜੀਆਂ ਭਾਸ਼ਾਵਾਂ, ਸਾਨੂੰ ਇਹ ਸਮਝ ਆਏਗੀ ਕਿ ਅਸੀਂ ਆਪਣੀ ਭਾਸ਼ਾ ਦੇ ਵਿੱਚ ਹੀ ਗਿਆਨਵਾਨ ਹੋ ਕੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਾ ਕੇ ਅਸੀਂ ਆਪਣਾ ਕਾਰੋਬਾਰ ਕਰ ਸਕਦੇ ਹਾਂ, ਅਸੀਂ ਦੂਸਰਿਆਂ ਨਾਲ ਵਾਰਤਾਲਾਪ ਕਰ ਸਕਦੇ ਹਾਂ ਤੇ ਅਸੀਂ ਗੱਲਬਾਤ ਕਰਕੇ ਸਫਲ ਹੋ ਸਕਦੇ ਹਾਂ। ਇਹ ਤੇ ਸੀ ਸਾਡੀ ਤਕਨੀਕ, ਸਾਡੀ ਟੈਕਨੋਲੋਜੀ ਉਹ ਕਿਸ
ਪੱਖ ਤੱਕ ਅੱਗੇ ਜਾ ਕੇ ਉਹਦਾ ਘੇਰਾ ਬੜਾ ਵਿਸ਼ਾਲ ਹੋ ਰਿਹਾ। ਹੋਰ ਕਈ ਪੱਖ ਨੇ, ਸਮਾਜਿਕ ਪੱਖ ਤੇ, ਫਿਰ ਸਾਡੇ ਆਰਥਿਕ ਪੱਖ ਤੇ, ਸਾਡੇ ਆਪਣੇ ਵਿਰਸੇ ਤੇ, ਸਾਡੇ ਘਰ ਦੇ ਆਪਣੇ ਜਿਹੜੇ ਭਾਈਚਾਰਕ ਸਾਂਝ ਹੈ ਉਹਦੇ ਉੱਤੇ ਇਹ ਹੈਰਾਨੀਜਨਕ ਤਬਦੀਲੀਆਂ ਜਿਹੜੀਆਂ ਨਾ ਉਹ ਉਸਾਰੂ ਘੱਟ ਤੇ ਥੋੜਾ ਜਿਹਾ ਮਾਰੂ ਅਸਰ ਜ਼ਿਆਦਾ ਪਾ ਰਹੀਆਂ। ਨਵਜੋਤ, ਦੁਨੀਆ ਦਾ ਇੱਕ ਬੜਾ ਵੱਡਾ ਦਾਰਸ਼ਨਿਕ ਹੋਇਆ ਸ਼ੋਪਨਹਾਰ ਜੀ। ਸ਼ੋਪਨਹਾਰ ਇਹ ਗੱਲ ਕਹਿੰਦਾ ਹੈ ਕਿ ਮਨੁੱਖ ਕੋਲ ਜਿੰਨੀਆਂ ਵੱਧ ਵਸਤਾਂ ਹੋਣਗੀਆਂ ਓਨਾ ਹੀ ਜ਼ਿਆਦਾ ਉਹ ਪਰੇਸ਼ਾਨ ਹੋਵੇਗਾ। ਸੋ ਅਸੀਂ ਦੇਖਦੇ ਹਾਂ ਕਿ ਅੱਜ ਤੋਂ ਕੁਝ ਸਾਲ ਪਹਿਲਾਂ, ਗਿਣਤੀ ਦੇ ਸਾਲ ਪਹਿਲਾਂ ਸਾਡੇ ਕੋਲ ਇੱਕ ਇਹ ਦੁਨੀਆ ਸੀ ਜਿਹੜੀ ਦੁਨੀਆ ਦੇ ਵਿੱਚ ਅਸੀਂ ਵਿਚਰਦੇ ਸੀ, ਰਹਿੰਦੇ ਸੀ, ਖਾਂਦੇ ਪੀਂਦੇ ਸੀ, ਜਿਉਂਦੇ ਸੀ, ਮੇਲ ਮਿਲਾਪ ਕਰਦੇ ਸੀ। ਇੱਕ ਹੁਣ ਇਸ ਵੇਲੇ ਹਰ ਮਨੁੱਖ ਕੋਲ ਇੱਕ ਤਾਂ ਇਹ ਬਾਹਰਲੀ ਦੁਨੀਆ ਹੈ, ਇੱਕ ਉਹਦੇ ਕੋਲ ਜਿਹੜਾ ਮੋਬਾਈਲ ਹੈ ਉਹਦੇ ਸਕਰੀਨ ਵਿੱਚ ਦੀ ਦੁਨੀਆ ਖੁੱਲਦੀ ਹੈ ਜੀ। ਉਹਦੇ ਸਕਰੀਨ ਦੇ ਵਿੱਚ ਕੇਵਲ ਦੁਨੀਆ ਹੀ ਨਹੀਂ ਖੁੱਲਦੀ, ਇੱਕ ਬਾਜ਼ਾਰ ਵੀ ਹੈ। ਸੋ ਉਹ ਉਸ ਬਾਜ਼ਾਰ ਦੇ ਵਿੱਚ ਬਾਹਰੀ ਦੁਨੀਆ ਦੇ ਨਾਲੋਂ ਉਸ ਬਾਜ਼ਾਰ ਵਿੱਚ ਜ਼ਿਆਦਾ ਗਵਾਚ ਰਿਹਾ ਜੀ। ਸੋ ਇਹਦੇ ਨਾਲ ਕੀ ਹੈ ਕਿ ਸਾਡੇ ਰਿਸ਼ਤਿਆਂ ਦੇ ਵਿੱਚ, ਸਾਡੇ ਘਰਾਂ ਦੇ ਵਿੱਚ, ਜਿੱਥੇ ਸਾਡੇ ਘਰਾਂ ਦੇ ਵਿੱਚ ਪਹਿਲਾਂ 8-8 10-10 ਜੀ ਹੁੰਦੇ ਸੀ ਤੇ ਅਸੀਂ ਜਿਹੜਾ ਵਿਗਿਆਨਕ ਤੌਰ ਤੇ, ਤਕਨੀਕੀ ਤੌਰ ਤੇ ਅਸੀਂ ਜਿਹੜਾ ਇੰਨੇ ਜ਼ਿਆਦਾ ਵਿਕਸਿਤ ਨਹੀਂ ਸੀ ਹੈਗੇ ਤੇ ਉਹਦੇ ਨਾਲ ਅਸੀਂ ਸਾਡੇ ਪਰਿਵਾਰਕ ਰਿਸ਼ਤੇ, ਪਰਿਵਾਰਕ ਸਾਂਝਾਂ ਜਿਹੜੀਆਂ ਉਹ ਬੜੀਆਂ ਗੂੜੀਆਂ ਸਨ। ਸੋ ਵਿਗਿਆਨ ਦੀ ਤਰੱਕੀ ਦੇ ਨਾਲ, ਵਿਗਿਆਨ ਦੀ ਤਕਨੀਕ ਦੇ ਨਾਲ ਜ਼ਿਆਦਾ ਤੇ ਅਸੀਂ ਉਹਨਾਂ ਸਭ ਚੀਜ਼ਾਂ ਤੋਂ ਇੱਕ ਤਰ੍ਹਾਂ ਨਾਲ ਵਿਰਵੇ ਹੋ ਕੇ ਰਹਿ ਗਏ ਹਾਂ। ਬੱਚੇ ਘਰ ਦੀ ਰੌਣਕ ਹੁੰਦੇ ਆ ਹਾਂਜੀ, ਤੇ ਹੁਣ ਉਹ ਰੌਣਕਾਂ ਨਾ ਕੋਈ ਉਹ ਸੱਜੇ ਖੂੰਜੇ ਲੱਗੀ ਹੈ, ਕੋਈ ਖੱਬੇ ਖੂੰਜੇ ਲੱਗੀ ਹੈ, ਤੇ ਜਿਹਨੂੰ ਕਿਤੇ ਪੱਧਰੇ ਥਾਂ ਮਿਲਿਆ ਉਹ ਉੱਥੇ ਬੈਠੀ ਹੈ ਤੇ ਹੱਥਾਂ 'ਚ ਕੀ ਹੈ, ਉਹਨਾਂ ਦੀ ਆਪਣੀ ਰੌਣਕ, ਯਾਨੀ ਕਿ ਉਹ ਮੋਬਾਈਲ। ਵੀ ਜਿਹਦੇ ਨਾਲ ਇਹ ਨਹੀਂ ਪਤਾ ਲੱਗਦਾ ਵੀ ਇਹਨੂੰ ਕਿਹੜੇ ਵੇਲੇ ਰੋਟੀ ਚਾਹੀਦੀ ਹੈ, ਇਹਨੂੰ ਕਿਹੜੇ ਵੇਲੇ ਪਾਣੀ ਚਾਹੀਦਾ, ਇਹਨੂੰ ਕਿਹੜੇ ਵੇਲੇ ਦੁੱਧ ਚਾਹੀਦਾ, ਕਿਉਂਕਿ ਉਹ ਸਾਰਾ ਕੁਝ ਉਹਨਾਂ ਨੂੰ ਲੱਗਦਾ ਵੀ ਕਿ ਬਸ ਆਹੀ ਪੂਰਾ ਕਰੀ ਜਾਂਦਾ ਹਾਂਜੀ। ਸੋ ਉਹਦੇ ਨਾਲ ਉਹ ਜਿਹੜਾ ਉਹਨਾਂ ਦੀ ਮਾਨਸਿਕਤਾ ਤੇ ਅਸਰ ਆ, ਪਰਿਵਾਰ ਦੇ ਵਿੱਚ ਨਾ ਬਹਿਣਾ, ਨਾ ਉੱਠਣਾ, ਨਾ ਕੋਈ ਚੀਜ਼ ਆਲੇ ਦੁਆਲੇ ਘਟਦੀ ਵਾਪਰਦੀ ਦਿਸਦੀ ਹੈ, ਵੀ ਆਪਣੀ ਖੁਦ ਦੀ ਮਾਂ ਨਹੀਂ ਦਿਸਦੀ ਵੀ ਇਸ ਵੇਲੇ ਇਹ ਕੰਮ ਕਰਦੀ ਹੈ, ਇਹ ਕੰਮ ਕਰਦੀ, ਕਿਉਂਕਿ ਨੋਟਿਸ ਹੀ ਨਹੀਂ ਕਰ ਰਹੇ ਅਸੀਂ। ਬਿਲਕੁਲ, ਸਾਡਾ ਤੇ ਤਵੱਜੋ ਹੀ ਉਧਰ ਹੈ। ਇੱਕ ਤਿਲਿਸਮੀ ਸੰਸਾਰ ਹੈ ਜਿਹੜਾ ਸਾਡੇ ਸਾਹਮਣੇ ਸਿਰਜ ਦਿੱਤਾ ਗਿਆ ਹੈ, ਜਿਹੜਾ ਅਸੀਂ ਦੇਖਦੇ ਹਾਂ ਕਿ ਜਦੋਂ ਤੁਸੀਂ ਇੱਕ ਮੋਬਾਈਲ ਦੇ ਉੱਤੇ ਇੱਕ ਵਾਸ਼ਿੰਗ ਮਸ਼ੀਨ ਦੀ ਸਰਚ ਕਰਦੇ ਹੋ ਜੀ ਤੇ ਅਗਲੇ ਦਿਨ ਉਸ ਸਕਰੀਨ ਤੇ ਜਾਂ ਉਸ ਸਾਈਡ ਤੇ ਵਾਸ਼ਿੰਗ ਮਸ਼ੀਨ ਦੇ ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਕੰਪਨੀਆਂ ਉਹ ਖੁੱਲੀਆਂ ਹੁੰਦੀਆਂ ਅਸੀਂ ਦੇਖਦੇ ਹਾਂ। ਇਸੇ ਤਰ੍ਹਾਂ ਜਿਹੜੇ ਕਾਰੋਬਾਰੀ ਲੋਕ ਨੇ ਉਹ ਸਾਡੀ ਮਾਨਸਿਕਤਾ ਨੂੰ ਸਮਝਦੇ ਆ ਜੀ। ਇਸ ਬਾਜ਼ਾਰ ਰਾਹੀਂ ਸਾਡੀ ਮਾਨਸਿਕਤਾ ਨੂੰ ਸਮਝ ਕੇ ਇੱਥੋਂ ਤੱਕ ਆਉਣ ਵਾਲੇ ਸਮੇਂ 'ਚ ਤਾਂ ਮੈਂ ਇੱਕ ਹੋਰ ਤੁਹਾਨੂੰ ਨਵੀਂ ਗੱਲ ਇਹਦੇ ਨਾਲ ਜੋੜ ਕੇ ਕਰਾਂ ਜੀ ਕਿ ਆਉਣ ਵਾਲੇ ਸਮੇਂ 'ਚ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਜੇਕਰ ਆਪਣਾ ਕੂੜਾ ਡਸਟਬਿਨ 'ਚ ਸੁੱਟ ਕੇ ਆਉਂਦੇ ਤਾਂ ਡਸਟਬਿਨ ਇਹ ਤੁਹਾਡਾ ਜਿਹੜਾ ਕੂੜਾ ਹੈ ਉਹਦੇ ਵਿੱਚ ਜਿਹੜੇ ਲਿਫਾਫੇ ਨੇ, ਪੈਕਟ ਨੇ ਖਾਲੀ ਜਿਹੜੇ ਤੁਸੀਂ ਸੁੱਟੇ ਆ, ਉਹਨਾਂ ਦੇ ਬਾਰਕੋਡ ਨੂੰ ਸਰਚ ਕਰੇਗਾ ਤੇ ਉਹ ਮਤਲਬ ਪਿੱਛੇ ਆਪਣੀ ਕੰਪਨੀ ਨੂੰ ਦੇਵੇਗਾ ਕਿ ਇਸ ਘਰ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਵਰਤੀਆਂ ਜਾ ਰਹੀਆਂ ਤੇ ਤੁਹਾਡੇ ਬੂਹੇ ਤੇ ਕੱਲ ਨੂੰ ਉਹ ਚੀਜ਼ਾਂ ਲੈ ਕੇ ਆਦਮੀ ਕੋਈ ਖੜਾ ਹੋਏਗਾ ਜੀ। ਹਾਂ, ਇਸ ਤਰ੍ਹਾਂ ਦੇ ਜਿਹੜੇ ਇਸ ਤਰ੍ਹਾਂ ਦੀਆਂ ਤਰਜੀਹਾਂ ਤੇ ਕੰਮ ਹੋ ਰਿਹਾ। ਤੁਸੀਂ ਕੀ ਪਹਿਨਦੇ ਹੋ, ਕੀ ਖਾਂਦੇ ਹੋ, ਕੀ ਤੁਸੀਂ ਪਸੰਦ ਕਰਦੇ ਹੋ, ਉਸ ਤਰ੍ਹਾਂ ਦੇ ਤੁਹਾਡੇ ਸਾਹਮਣੇ ਜਿਹੜਾ ਬਾਜ਼ਾਰ ਜਿਹੜਾ ਹੈ ਇਹ ਉਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਪਰੋਸਦਾ ਹੈ। ਸਾਡੀ ਮਾਨਸਿਕਤਾ ਨੂੰ ਸਮਝਣ ਲਈ, ਸਾਡੀ ਮਾਨਸਿਕਤਾ ਨੂੰ ਪੜ੍ਹਨ ਦੇ ਲਈ ਇਹ ਸਭ ਚੀਜ਼ਾਂ ਜਿਹੜੀਆਂ ਸਾਨੂੰ ਇੱਕ ਤਰ੍ਹਾਂ ਨਾਲ ਪ੍ਰਭਾਵਿਤ ਕਰ ਰਹੀਆਂ। ਪਰ ਮਨੁੱਖ ਨੇ ਕੇਵਲ ਇਸੇ ਚੀਜ਼ ਲਈ ਨਹੀਂ ਜਿਉਣਾ, ਮਨੁੱਖ ਇਸ ਲਈ ਨਹੀਂ ਪੈਦਾ ਹੋਇਆ ਕਿ ਉਹ ਇੱਕ ਸਕਰੀਨ ਤੇ ਹੀ ਉਂਗਲਾਂ ਮਾਰਦਿਆਂ ਬੇਵਜ੍ਹਾ ਉਂਗਲਾਂ ਮਾਰਦਿਆਂ ਆਪਣੀ ਜ਼ਿੰਦਗੀ ਦਾ ਬਹੁਤ ਸਾਰਾ ਟਾਈਮ ਖਤਮ ਕਰ ਦੇਵੇ। ਮਨੁੱਖ ਨੇ ਆਪਣੇ ਆਪ ਲਈ ਵੀ ਜਿਉਣਾ ਹੁੰਦਾ ਹੈ, ਆਪਣੇ ਪਰਿਵਾਰ ਲਈ ਵੀ ਜਿਉਣਾ ਹੁੰਦਾ ਹੈ ਤੇ ਇਸ ਤੋਂ ਅੱਗੇ ਉਸਨੇ ਸਮਾਜ ਲਈ ਵੀ ਜਿਉਣਾ ਹੈ ਤੇ ਇਸ ਪਿਆਰੀ ਧਰਤੀ ਵਾਸਤੇ ਵੀ ਜਿਉਣਾ ਹੈ, ਇਸ ਧਰਤੀ ਦੇ ਹਵਾ, ਮਿੱਟੀ, ਪਾਣੀ ਵਾਸਤੇ ਵੀ ਜਿਉਣਾ ਹੁੰਦਾ ਹੈ। ਹਾਂਜੀ ਜੀ। ਡਾਕਟਰ ਸਾਹਿਬ, ਤੁਸੀਂ ਆਪਣੇ ਕਿੰਨੇ ਸਾਰੇ ਕਾਲਮਾਂ ਦੇ ਵਿੱਚ ਬੜੇ ਤੱਥ ਉਜਾਗਰ ਕੀਤੇ ਆ, ਜਿਹਦੇ ਵਿੱਚ ਤੁਸੀਂ ਕੁਦਰਤ ਦੇ ਵੀ ਨੇੜੇ ਹੋ, ਜਿਹਦੇ ਵਿੱਚ ਤੁਸੀਂ ਚੰਗੀਆਂ ਖੋਜਾਂ ਵੀ ਕੀਤੀਆਂ ਨੇ। ਉਸ ਪੁਸਤਕ ਦਾ ਜ਼ਿਕਰ ਮੈਂ ਜ਼ਰੂਰ ਕਰਨਾ ਚਾਹੂੰਗੀ, ਸੁਕਰਾਤ ਕਦੇ ਮਰਦਾ ਨਹੀਂ। ਹਾਂਜੀ, ਉਹ ਕੀ ਸੁਕਰਾਤ ਦੀ ਕਹਾਣੀ ਮੈਨੂੰ ਨਹੀਂ ਲੱਗਦਾ ਕਿ ਕੋਈ ਅਜਿਹਾ ਵਿਰਲਾ ਵਾਂਝਾ ਹੀ ਹੋਊਗਾ ਜਿਹਨੂੰ ਨਹੀਂ ਪਤਾ। ਹਾਂਜੀ, ਲੁਕਾਈ ਦੇ ਵਾਸਤੇ ਆਪਣੀ ਮਨੁੱਖਤਾ ਨੂੰ ਉਸ ਵੇਲੇ ਦੇ ਜੋ ਹਾਲਾਤ ਸੀ, ਵਿਸ਼ ਦਾ ਪਿਆਲਾ ਪੀਣਾ ਵੀ ਕਬੂਲ ਕਰ ਲਿਆ ਕਿ ਇੱਦਾਂ ਦੀ ਮਨੁੱਖਤਾ, ਇੱਦਾਂ ਦਾ ਸੰਸਾਰ ਜੋ ਅਸੀਂ ਸਭ ਚਾਹੁੰਦੇ ਹਾਂ। ਹਾਂਜੀ, ਤੇ ਇਹ ਤਬਦੀਲੀਆਂ ਜਿਹੜੀਆਂ ਨੇ ਇਹ ਸਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਪਰੇ ਕਰਦੀਆਂ ਨੇ ਇੱਕ ਸਹੀ ਮਨੁੱਖ ਬਣਨ ਤੋਂ। ਬਿਲਕੁਲ ਨਵਜੋਤ ਜੀ, ਸੁਕਰਾਤ ਇੱਕ ਇਸ ਤਰ੍ਹਾਂ ਦਾ ਬਿੰਬ ਹੈ ਜੀ ਜਿਹੜਾ ਇੱਕ ਤਰ੍ਹਾਂ ਨਾਲ ਪੂਰਨ ਮਨੁੱਖ ਹੈ ਤੇ ਜੋ ਆਪਣੇ ਵਿਚਾਰਾਂ ਲਈ, ਆਪਣੀ ਸੋਚ ਲਈ ਤੇ ਸੱਚ ਤੇ ਖੜਾ ਰਹਿ ਕੇ ਹਰ ਵੱਡੀ ਤੋਂ ਵੱਡੀ ਕੁਰਬਾਨੀ ਕਰਨ ਦੀ ਹਿੰਮਤ ਰੱਖਦਾ ਹੈ।
ਸੋ ਅਸੀਂ ਅੱਜ ਵੀ ਇਹ ਸਮਝਦੇ ਹਾਂ ਕਿ ਸਾਡੇ ਅੰਦਰ ਇਸ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਹੋਣੀਆਂ ਚਾਹੀਦੀਆਂ ਹੈ ਕਿ ਅਸੀਂ ਕੇਵਲ ਆਪਣੇ ਆਪ ਲਈ ਨਾ ਜੀਵੀਏ, ਅਸੀਂ ਦੂਸਰਿਆਂ ਲਈ ਵੀ ਜੀਵੀਏ, ਅਸੀਂ ਸੱਚ ਲਈ ਲੜੀਏ, ਅਸੀਂ ਸੱਚ ਲਈ ਖੜੇ ਹੋਈਏ। ਸੋ ਅੱਜ ਜਿੱਥੇ ਅੱਜ ਦਾ ਜਿਹੜਾ ਦੌਰ ਹੈ, ਅੱਜ ਦਾ ਜਿਹੜਾ ਯੁੱਗ ਹੈ, ਉਹਦੇ ਵਿੱਚ ਅਸੀਂ ਇੱਕ ਤਰ੍ਹਾਂ ਨਾਲ ਅਸੀਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਅਸੀਂ ਵੱਖ-ਵੱਖ ਕਿੱਤਿਆਂ ਦੇ ਮਾਹਰ ਤਾਂ ਪੈਦਾ ਕਰ ਲਿਆ, ਪਰ ਅਸੀਂ ਮਨੁੱਖ ਪੈਦਾ ਨਹੀਂ ਕਰ ਸਕੇ। ਸੋ ਲੋੜ ਇਸ ਗੱਲ ਦੀ, ਇਸ ਧਰਤੀ ਨੂੰ ਸਭ ਤੋਂ ਵੱਧ ਲੋੜ ਇਸ ਗੱਲ ਦੀ ਹੈ ਕਿ ਚੰਗੇ ਇਨਸਾਨ ਕਿਵੇਂ ਪੈਦਾ ਕੀਤੇ ਜਾਣ। ਹਰ ਖਿੱਤੇ ਦੇ ਵਿੱਚ, ਹਰ ਅਦਾਰੇ ਦੇ ਵਿੱਚ ਜਿਹੜੇ ਚੰਗੇ ਇਨਸਾਨ ਨੇ ਉਹਨਾਂ ਦੀ ਸਭ ਤੋਂ ਵੱਧ ਲੋੜ ਹੈਗੀ ਹੈ। ਸੁਕਰਾਤ ਦੀ ਕਹਾਣੀ ਵੀ ਇਹ ਗੱਲ ਕਹਿੰਦੀ ਹੈ ਕਿ ਉਹ ਕਹਿੰਦਾ ਹੈ ਕਿ ਜੇਕਰ ਤੁਸੀਂ ਜੀਵਨ ਦੇ ਸੱਚ ਨੂੰ ਗਵਾ ਲਿਆ, ਜੇ ਤੁਸੀਂ ਸਵਾਲ ਖੜੇ ਕਰਨ ਦੀ ਆਪਣੇ ਆਪ ਨੂੰ ਆਦਤ ਨਾ ਪਾਈ, ਤੇ ਇੱਕ ਤਰ੍ਹਾਂ ਨਾਲ ਤੁਸੀਂ ਫਿਰ ਇਹ ਜਿਹੜਾ ਜੀਵਨ ਹੈ, ਉਹ ਜੀਵਨ ਤੁਹਾਡਾ ਜਿਹੜਾ ਇਸ ਧਰਤੀ ਤੇ ਆਉਣਾ ਜਿਹੜਾ ਨਿਫਲ ਹੈ। ਉਹ ਇੱਕ ਹੋਰ ਬੜੀ ਕਮਾਲ ਦੀ ਗੱਲ ਕਹਿੰਦਾ ਹੈ। ਉਹ ਕਹਿੰਦਾ ਹੈ ਕਿ ਹਰ ਮਨੁੱਖ ਦੇ ਕੋਲ ਬਹੁਤ ਸਾਰੀਆਂ ਮਾਨਸਿਕ ਤੇ ਸਰੀਰਕ ਸ਼ਕਤੀਆਂ ਹੁੰਦੀਆਂ ਤੇ ਜੇਕਰ ਉਹਨਾਂ ਸਰੀਰਕ ਤੇ ਮਾਨਸਿਕ ਸ਼ਕਤੀਆਂ ਨੂੰ ਵਰਤਣ ਤੋਂ ਬਗੈਰ ਹੀ ਉਹ ਬੁੱਢਾ ਹੋ ਜਾਵੇ ਤੇ ਇਸ ਤੋਂ ਮਾੜੀ ਗੱਲ ਹੋਰ ਕੋਈ ਨਹੀਂ ਹੋ ਸਕਦੀ। ਹਾਂਜੀ ਜੀ, ਕਿਉਂਕਿ ਅਸੀਂ ਜਿੰਨਾ ਵੀ ਕੋਈ ਤਰੱਕੀ ਦੇ ਰਾਹ ਤੇ ਤੁਰ ਪਏ, ਅਸੀਂ ਬੜੀਆਂ ਸੁੱਖ ਸੁਵਿਧਾਵਾਂ ਨੂੰ ਮਾਣ ਲਿਆ, ਇੱਕ ਅੱਖ ਦਾ ਫੌਰ ਬਦਲਦੇ ਹਾਂ ਤੇ ਸਾਡੀ ਸੋਚ ਸਾਨੂੰ ਕਿਤੇ ਲੈ ਜਾਂਦੀ ਹੈ। ਬਿਲਕੁਲ, ਮਨ ਦਾ ਵੇਗ, ਗਤੀ, ਇਹ ਸਾਰੀਆਂ ਚੀਜ਼ਾਂ ਤੋਂ ਉੱਪਰਲੀਆਂ ਚੀਜ਼ਾਂ ਜਿਹੜੀਆਂ ਇਸ ਵੇਲੇ ਹੁਣ ਸਾਇੰਸਦਾਨਾਂ ਨੇ ਕੱਢ ਦਿੱਤੀਆਂ, ਬਣਾ ਦਿੱਤੀਆਂ, ਕਿਤੇ ਕਿਤੇ ਲੱਗਦਾ ਆ ਵੀ ਇਹ ਸਾਡਾ ਸਕੂਨ ਵੀ ਖਾਂਦੀਆਂ। ਅਸੀਂ ਜਿੰਨਾ ਜ਼ਿਆਦਾ ਤਰੱਕੀ ਦੇ ਰਾਹ ਤੇ ਤੁਰੇ ਜਾਂਦੇ ਹਾਂ, ਜਿੰਨੇ ਜ਼ਿਆਦਾ ਅਸਚਰਜ ਤਰੱਕੀਆਂ ਵਾਲੇ ਪਾਸੇ ਉਹਨਾਂ ਦਾ ਹੱਥ ਘੁੱਟ ਕੇ ਫੜ ਕੇ ਉਹਨਾਂ ਦੇ ਨਾਲ ਨਾਲ ਤੁਰੇ ਜਾਂਦੇ ਹਾਂ, ਹਾਣੀ ਬਣੀ ਜਾਂਦੇ ਹਾਂ, ਪਰ ਅਸੀਂ ਆਪਣੇ ਪਰਿਵਾਰ ਵੱਲ ਝਾਤੀ ਮਾਰੀਏ ਤੇ ਟੁੱਟੇ ਪਏ ਹਾਂ। ਬਿਲਕੁਲ, ਉਹੀ ਨਵਜੋਤ ਜੀ, ਜਿਹੜੇ ਬਹੁਤ ਸਾਰੀਆਂ ਮੁਸ਼ਕਲਾਂ, ਸਮੱਸਿਆਵਾਂ ਉਹ ਸਾਡੇ ਜ਼ਿਹਨ ਦੇ ਵਿੱਚ ਹੀ ਪਈਆਂ ਹੋਈਆਂ। ਮਨੁੱਖ ਜਿਹਨੀ ਤੌਰ ਤੇ ਮਾਨਵਵਾਦੀ ਬਿਰਤੀ ਦਾ ਧਾਰਨੀ ਨਹੀਂ ਬਣ ਸਕਿਆ, ਜਿਹਦੀ ਸਭ ਤੋਂ ਵੱਧ ਲੋੜ ਹੈਗੀ ਹੈ। ਅਸੀਂ ਅੱਜ ਵੀ ਦੇਖਦੇ ਹਾਂ ਕਿ ਪੂਰੀ ਧਰਤੀ ਦੇ ਉੱਤੇ ਇੰਨਾ ਵੱਡਾ ਪਾਗਲਪਣ ਹੈ ਕਿ ਇਸ ਧਰਤੀ ਨੂੰ ਇੰਨਾ ਬਰੂਦ, ਇੰਨਾ ਅਸੀਂ ਇੱਕ ਤਰ੍ਹਾਂ ਨਾਲ ਐਟਮੀ ਸ਼ਕਤੀ ਜਿਹੜੀ ਉਹ ਇਕੱਠੀ ਕਰ ਲਈ ਪੂਰੀ ਦੁਨੀਆ ਦੇ ਦੇਸ਼ਾਂ ਨੇ ਰਲ ਕੇ, ਕਿ ਇਸ ਧਰਤੀ ਨੂੰ 25 ਵਾਰ ਖਤਮ ਕਰਕੇ ਇੱਥੋਂ ਜੀਵਨ ਦਾ ਨਾਮੋ ਨਿਸ਼ਾਨ ਮਿਟਾਇਆ ਜਾ ਸਕਦਾ ਹੈ। ਇਹ ਕਾਹਦੇ ਲਈ ਹੈ ਸਾਰਾ ਕੁਝ? ਅਸੀਂ ਦੇਖਦੇ ਹਾਂ ਕਿ ਦੁਨੀਆ ਦੀ ਬਹੁਤ ਗਿਣਤੀ ਜਿਹੜੀ ਹੈ, ਵੱਡੀ ਗਿਣਤੀ ਜਿਹੜੀ ਹੈ, ਉਹ ਵੱਖ-ਵੱਖ ਤਰ੍ਹਾਂ ਦੇ ਸਾਧਨਾਂ ਤੋਂ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਮੁਹੱਈਆ ਨਹੀਂ ਹੋ ਰਹੇ, ਤੇ ਦੂਸਰੇ ਪਾਸੇ ਦੁਨੀਆ ਦੇ ਵਿੱਚ ਦੁਨੀਆ ਦਾ ਪਾਗਲਪਨ ਇੱਥੋਂ ਤੱਕ ਹੈ ਕਿ ਮਨੁੱਖਾਂ ਨੂੰ ਮਾਰਨ ਵਾਸਤੇ ਹੀ ਉਹ ਅਰਬਾਂ ਖਰਬਾਂ ਰੁਪਏ ਖਰਚ ਕੀਤੇ ਜਾ ਰਹੇ ਆ। ਦੂਸਰੇ ਪਾਸੇ ਲੋਕ ਭੁੱਖ ਨਾਲ ਮਰ ਰਹੇ ਆ, ਲੋਕ ਦਵਾਈਆਂ ਤੋਂ ਮਰ ਰਹੇ ਆ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਦੀ ਜੜ ਕਿੱਥੇ ਆ? ਸਾਰੀਆਂ ਚੀਜ਼ਾਂ ਦੀ ਜੜ ਉਹੀ ਹੈ ਕਿ ਮਨੁੱਖ ਦੇ ਅੰਦਰ ਮਾਨਵਵਾਦੀ ਸੋਚ ਜਿਹੜੀ ਪੈਦਾ ਹੋਣੀ ਚਾਹੀਦੀ ਸੀ, ਉਹ ਸ਼ਾਇਦ ਨਹੀਂ ਹੋ ਸਕੀ। ਸੋ ਸਾਨੂੰ ਅੱਜ ਸਭ ਤੋਂ ਵੱਧ ਲੋੜ ਇਸ ਗੱਲ ਦੀ ਹੈ ਕਿ ਅਸੀਂ ਬਜਾਏ ਮਤਲਬ ਵੱਖ-ਵੱਖ ਫਿਰਕਿਆਂ ਦੇ ਆਧਾਰ ਤੇ ਲੜਨ ਦੀ ਬਜਾਏ ਅਸੀਂ ਮਾਨਵਵਾਦੀ ਸੋਚ ਨੂੰ ਅੱਗੇ ਲੈ ਕੇ ਚੱਲੀਏ ਤੇ ਅਸੀਂ ਕੁਦਰਤ ਨਾਲ ਜੁੜੀਏ, ਕੁਦਰਤ ਦਾ ਸਨਮਾਨ ਕਰੀਏ। ਕੁਦਰਤ ਤੋਂ ਹੀ ਮੈਨੂੰ ਇਹ ਕਿ ਹੁਣ ਅਸੀਂ ਆਪਣੇ ਇੰਨੀਆਂ ਸਾਰੀਆਂ ਤਰੱਕੀਆਂ, ਇੰਨੀ ਸਾਰੇ ਸੁੱਖ ਚੈਨ, ਉਹਦੇ ਬਾਵਜੂਦ ਵੀ ਕਿਤੇ ਨਾ ਕਿਤੇ ਮਨ ਦੇ ਅੰਦਰ ਨਾ ਪਰੇਸ਼ਾਨੀ ਹੈ। ਸੋ ਆਪਣੇ ਆਪ ਨੂੰ ਤੁਹਾਡੇ ਮੁਤਾਬਕ ਹੁਣ ਕਿੰਨਾ ਲੀਹਾਂ ਤੇ ਲੈ ਕੇ ਜਾਈਏ? ਤਰੱਕੀ ਦੇ ਜਿਹੜੇ ਸਾਧਨ ਨੇ, ਇਹ ਜਿਹੜੀਆਂ ਹੈਰਾਨੀਜਨਕ ਤਬਦੀਲੀਆਂ ਨੇ ਸਾਡੇ ਆਲੇ ਦੁਆਲੇ, ਇੰਨੇ ਸੰਸਾਧਨ ਪੈਦਾ ਕਰ ਲਏ, ਉਹਨਾਂ ਦਾ ਆਨੰਦ ਵੀ ਮਾਣੀਏ ਤੇ ਸਾਡਾ ਦਿਲ ਦਾ ਰਾਤ ਦਾ ਜਿਹੜਾ ਸਕੂਨ ਹੈ ਉਹ ਵੀ ਸਾਡਾ ਬਰਕਰਾਰ ਰਵੇ। ਬਿਲਕੁਲ ਨਵਜੋਤ ਜੀ, ਹਰ ਮਨੁੱਖ ਦਾ ਇਸ ਧਰਤੀ ਤੇ ਜਿਹੜਾ ਰਹਿਣ ਦਾ ਉਹ ਇੱਕ ਖਾਸ ਪੀਰੀਅਡ ਹੁੰਦਾ ਹੈ, ਇੱਕ ਖਾਸ ਸਮਾਂ ਹੈ। ਉਸ ਸਮੇਂ ਤੋਂ ਬਾਅਦ ਹਰ ਮਨੁੱਖ ਨੇ ਇਸ ਧਰਤੀ ਤੋਂ ਚਲੇ ਜਾਣਾ ਤੇ ਅਸੀਂ ਜਿੰਨਾ ਸਮਾਂ ਇਸ ਧਰਤੀ ਤੇ ਰਹਿਣਾ ਹੈ, ਉਹ ਉਨਾ ਸਮਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਆਲੇ ਦੁਆਲੇ, ਆਪਣੇ ਆਪ, ਆਪਣੇ ਪਰਿਵਾਰ, ਆਪਣੇ ਰਿਸ਼ਤੇਦਾਰ, ਆਪਣੇ ਸਮਾਜ ਵਾਸਤੇ ਵੀ ਕੁਝ ਚੰਗਾ ਪੈਦਾ ਕਰੀਏ। ਇੱਕ ਬੜਾ ਵੱਡਾ ਦਾਰਸ਼ਨਿਕ ਹੋਇਆ ਹੈ, ਉਹ ਕਹਿੰਦਾ ਹੈ ਕਿ ਉਹ ਸਵਾਲ ਕਰਦਾ ਹੈ ਕਿ ਹਰ ਮਨੁੱਖ ਨੇ ਇਸ ਧਰਤੀ ਤੋਂ ਇੱਕ ਦਿਨ ਚਲੇ ਜਾਣਾ ਹੈ, ਮੌਤ ਦੇ ਸਾਹਮਣੇ ਹਾਰ ਜਾਣਾ ਹੈ, ਤੇ ਉਹ ਅੱਗੇ ਸਵਾਲ ਕਰਦਾ ਹੈ ਕਿ ਮਨੁੱਖ ਦੀ ਜ਼ਿੰਦਗੀ ਦਾ ਹਾਸਲ ਕੀ ਹੋਇਆ? ਉਹ ਅੱਗੇ ਜਵਾਬ ਦਿੰਦਾ ਹੈ ਕਿ ਮਨੁੱਖ ਦੀ ਜ਼ਿੰਦਗੀ ਦਾ ਹਾਸਲ ਇਹ ਆ ਕਿ ਉਹ ਇਸ ਧਰਤੀ ਤੇ ਕਿਵੇਂ ਜੀਵਿਆ। ਹਾਂ, ਲੋੜ ਇਸ ਗੱਲ ਦੀ ਹੈ ਕਿ ਅਸੀਂ ਜੀਵਨ ਪ੍ਰਤੀ ਸਮਝ ਪੈਦਾ ਕਰੀਏ, ਅਸੀਂ ਜੀਵਨ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰੀਏ। ਇਹ ਉੱਪਰੋਂ ਲੈ ਕੇ ਹੇਠਾਂ ਤੱਕ ਹੋਣਾ ਚਾਹੀਦਾ ਹੈ ਤੇ ਸਾਡੀ ਵਿਦਿਆ ਦਾ ਵੀ ਇਹ ਇੱਕ ਤਰ੍ਹਾਂ ਨਾਲ ਮਹੱਤਵਪੂਰਨ ਵਿਸ਼ਾ ਹੋਣਾ ਚਾਹੀਦਾ। ਜੀ, ਜਿੱਦਾਂ ਅਸੀਂ ਹੁਣ ਇਸ ਵੇਲੇ ਦੀ ਜੋ ਹਾਲਾਤ ਨੇ, ਇਸ ਵੇਲੇ ਜੋ ਸਾਨੂੰ ਸਮਝਾਇਆ ਜਾ ਰਿਹਾ ਉਹ ਹੈ ਕਿ ਜੀਵਨ ਬੜੀ ਅਨਮੁੱਲੀ ਦਾਤ ਹੈ, ਇਹਨੂੰ ਸੰਜੋ ਕੇ ਰੱਖੋ, ਇਹਨੂੰ ਸਾਂਭ ਕੇ ਰੱਖੋ। ਸੋ ਇੱਕ ਸੁਨੇਹਾ ਵੀ
ਸਾਰਾ ਕੁਝ ਆਪਣੇ ਹੱਥ ਦੇ ਵਿੱਚ ਹਾਸਲ ਕਰਨ ਦੇ ਬਾਵਜੂਦ ਕਿਉਂ ਇਦਾਂ ਮਾਰੇ ਫਿਰਦੇ ਆ, ਕਿਉਂ ਸਕੂਨ ਹੈ ਨਹੀਂ? ਅਸੀਂ ਕਿੱਦਾਂ ਆਪਣੇ ਆਪ ਨੂੰ ਉਸ ਤਰਬੀਅਤ ਦੇ ਮਾਲਕ ਬਣਾ ਸਕਦੇ ਹਾਂ ਜਿਹਦੇ ਨਾਲ ਅਸੀਂ ਸਾਰਾ ਕੁਝ ਆਲੇ ਦੁਆਲੇ ਖਿੜਿਆ ਹੋਇਆ ਵੀ ਮਹਿਸੂਸ ਕਰੀਏ ਤੇ ਸਾਡੇ ਦਿਲ ਦਾ ਜਿਹੜਾ ਚੈਨ ਹੈ ਉਹ ਵੀ ਬਚਿਆ ਰਵੇ, ਅਸੀਂ ਇਹਨਾਂ ਸਾਧਨਾਂ ਨੂੰ ਵੀ ਚੰਗੇ ਤਰੀਕੇ ਦੇ ਨਾਲ ਵਰਤੀਏ। ਹਾਂਜੀ ਨਵਜੋਤ ਜੀ, ਸਾਡੀਆਂ ਬਹੁਤ ਸਾਰੀਆਂ ਮੁਸ਼ਕਲਾਂ ਸਮੱਸਿਆਵਾਂ ਜਿਹੜੀਆਂ ਉਹਦਾ ਕਾਰਨ ਇਹ ਆ ਕਿ ਅਸੀਂ ਕੁਦਰਤ ਨਾਲੋਂ ਟੁੱਟ ਗਏ ਹਾਂ। ਤਕਨੀਕੀ ਵਿਕਾਸ ਦਾ ਜਿਹੜਾ ਜਿੱਥੇ ਚੰਗੇ ਪੱਖ ਉਹਦੇ ਆ ਉਹਨਾਂ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਵਿਗਿਆਨ ਨੇ ਸਾਨੂੰ ਬਹੁਤ ਕੁਝ ਦਿੱਤਾ, ਸਾਡੇ ਜੀਵਨ ਨੂੰ ਸੁਖਾਲਾ ਕੀਤਾ, ਪਰ ਇਹਦੇ ਨਾਲ ਦੇ ਨਾਲ ਸਾਡੇ ਲਈ ਮੁਸ਼ਕਲਾਂ ਸਮੱਸਿਆਵਾਂ ਵੀ ਪੈਦਾ ਹੋਈਆਂ। ਉਹ ਲੋਕ ਜਿਹੜੇ ਲੋਕ ਵਿਗਿਆਨਕ ਖੋਜਾਂ ਨੂੰ, ਵਿਗਿਆਨਕ ਕਾਢਾਂ ਨੂੰ ਆਪਣੇ ਮੁਫਾਦਾਂ ਲਈ ਵਰਤਦੇ ਆ, ਆਪਣੇ ਹਿੱਤਾਂ ਲਈ ਵਰਤਦੇ ਆ ਤੇ ਵੱਧ ਤੋਂ ਵੱਧ ਸਾਧਨ ਇਕੱਠੇ ਕਰਨ ਲਈ ਵਰਤਦੇ ਆ, ਉਹ ਵੀ ਕਿਤੇ ਨਾ ਕਿਤੇ ਪਰੇਸ਼ਾਨੀ ਪੈਦਾ ਕਰਦੇ ਆ। ਤੇ ਦੂਸਰੀ ਗੱਲ ਇਹ ਆ ਕਿ ਅਸੀਂ ਇੱਕ ਐਸੀ ਦੌੜ ਦੇ ਵਿੱਚ ਦੌੜ ਰਹੇ ਹਾਂ ਕਿ ਅਸੀਂ ਜਿਵੇਂ ਸਾਡਾ ਜਿਹੜਾ ਨੇਮ ਬਣਾ ਲਿਆ ਕਿ ਅਸੀਂ ਸਵੇਰੇ ਉੱਠਣਾ, ਜਾਗਣਾ, ਖਾਣਾ ਪੀਣਾ, ਫਿਰ ਉੱਠਣਾ, ਜਾਗਣਾ, ਖਾਣਾ ਪੀਣਾ, ਕੰਮ ਕਰਨਾ, ਬਸ ਇਸ ਤੋਂ ਤੱਕ। ਜਦ ਕਿ ਜਿਹੜੇ ਜ਼ਿੰਦਗੀ ਦੇ ਅਰਥ ਬੜੇ ਵਿਸ਼ਾਲ ਨੇ। ਜ਼ਿੰਦਗੀ ਨੂੰ ਸਾਨੂੰ ਸਮਝਣ ਵਾਸਤੇ, ਜ਼ਿੰਦਗੀ ਦੀ ਕਲਾ ਸਿੱਖਣ ਵਾਸਤੇ ਸਾਨੂੰ ਕਿਤਾਬਾਂ ਨਾਲ ਜੁੜਨਾ ਚਾਹੀਦਾ, ਸਾਨੂੰ ਸਾਹਿਤ ਨਾਲ ਜੁੜਨਾ ਚਾਹੀਦਾ ਤੇ ਸਾਨੂੰ ਇਹ ਸਮਝਣ ਦੀ ਸਭ ਤੋਂ ਵੱਧ ਲੋੜ ਹੈ ਕਿ ਮਨੁੱਖ ਇਸ ਧਰਤੀ ਤੇ ਆਇਆ ਕਿਸ ਵਾਸਤੇ ਆ ਤੇ ਉਹਦੇ ਫਰਜ਼ ਕੀ ਨੇ। ਉਹਦੇ ਫਰਜ਼ਾਂ ਦਾ ਜਿਹੜਾ ਦਾਇਰਾ, ਜਿਹੜਾ ਉਹਦਾ ਵਜੂਦ ਹੁੰਦਾ ਹਰ ਮਨੁੱਖ ਦਾ, ਉਹ ਕੇਵਲ ਉਹਦਾ ਨਹੀਂ ਹੁੰਦਾ। ਜਿਵੇਂ ਅੱਜ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਜਿਹੜੀ ਸਾਡੇ ਸਮਾਜ ਦੀ ਬਹੁਤ ਸਾਰੀ ਵੱਡੀ ਗਿਣਤੀ ਨੌਜਵਾਨ ਹੀ ਨੇ, ਉਹ ਨੌਜਵਾਨ ਕਈ ਤਰ੍ਹਾਂ ਦੇ ਵਿਕਾਰਾਂ ਦੇ ਸ਼ਿਕਾਰ ਹੋ ਰਿਹਾ, ਨਸ਼ਿਆਂ ਦੇ ਸ਼ਿਕਾਰ ਹੋ ਰਿਹਾ ਤੇ ਉੱਥੇ ਉਹ ਇੱਕ ਤਰ੍ਹਾਂ ਨਾਲ ਇੱਕ ਸਮਝ ਅੰਦਰ ਪੈਦਾ ਹੋ ਗਈ, ਜਾਂ ਇਹ ਕਹਿ ਲਈਏ ਕਿ ਬੇਸਮਝੀ ਪੈਦਾ ਹੋ ਗਈ ਕਿ ਉਹ ਕੇਵਲ ਆਪਣੇ ਸਰੀਰ ਲਈ ਜਿਉਂਦੇ ਆ, ਜਦ ਕਿ ਮਨੁੱਖ ਨੇ ਆਪਣੇ ਸਰੀਰ ਲਈ ਨਹੀਂ ਜਿਉਣਾ ਹੁੰਦਾ। ਉਹਦਾ ਜਿਹੜਾ ਵਜੂਦ ਹੈ ਉਹ ਵਜੂਦ ਇੱਕ ਤਰ੍ਹਾਂ ਨਾਲ ਪਰਿਵਾਰ ਦੇ ਹਿੱਸੇ ਵੀ ਆਉਂਦਾ ਹੈ, ਸਮਾਜ ਦੇ ਹਿੱਸੇ ਵੀ ਆਉਂਦਾ ਹੈ ਤੇ ਲੋਕ ਇਸ ਧਰਤੀ ਦੇ ਹਿੱਸੇ ਵੀ ਆਉਂਦਾ ਹੈ, ਧਰਤੀ ਦੇ ਜਲਵਾਯੂ ਤੇ ਮਿੱਟੀ ਪਾਣੀ ਦੇ ਵੀ ਹਿੱਸੇ ਆਉਂਦਾ ਹੈ। ਸੋ ਮਨੁੱਖ ਨੇ ਇਹ ਆਪਣੀ ਮਹਿਕ ਖਿਲਾਰਨੀ ਹੁੰਦੀ ਹੈ, ਆਪਣੇ ਆਪ ਨੂੰ ਚੰਗਾ ਬਣਾਉਣ ਦੀ ਲਗਾਤਾਰ ਕੋਸ਼ਿਸ਼ ਕਰਨੀ ਹੁੰਦੀ ਹੈ ਤੇ ਆਲੇ ਦੁਆਲੇ 'ਚ ਵੀ ਆਪਣੇ ਚੰਗੇ ਵਿਚਾਰਾਂ ਦਾ ਸੰਚਾਰ ਕਰਨਾ ਹੁੰਦਾ ਹੈ। ਜੀ ਡਾਕਟਰ ਸਾਹਿਬ, ਤੁਸੀਂ ਬਹੁਤ ਥੋੜੇ ਸਮੇਂ ਦੇ ਵਿੱਚ ਬੜੀ ਤਫਸੀਲ ਦੇ ਨਾਲ ਸਾਨੂੰ ਜਾਣਕਾਰੀ ਦਿੱਤੀ ਹੈ। ਅਸੀਂ ਵੀ ਚਾਹੁੰਦੇ ਹਾਂ ਕਿ ਇਹ ਕੁਦਰਤ ਜਿਹੜੀ ਹੈ ਨਾ, ਇਹਦੇ ਹਾਣੀ ਬਣ ਕੇ ਰਹੀਏ, ਆਲੇ ਦੁਆਲੇ ਨੂੰ ਸੋਹਣੇ ਤਰੀਕੇ ਦੇ ਨਾਲ ਸਵਾਰ ਕੇ ਰੱਖੀਏ, ਇਹਨਾਂ ਸਾਰੀਆਂ ਲੋੜਾਂ ਦੀ ਪੂਰਤੀ ਕਰੀਏ ਜੋ ਸਾਨੂੰ ਉਸ ਪਰਮਾਤਮਾ ਨੇ ਸਾਇੰਸਦਾਨਾਂ ਦੇ ਜ਼ਰੀਏ ਦਿੱਤੀਆਂ ਨੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਦਰਸ਼ਕਾਂ ਦਾ ਵੀ ਧੰਨਵਾਦ।